सतनाम वाहिगुरु साहिब जी। तेरे कवन कवन गुण कह कह गावा। तू साहिब गुणी निधाना। तुम्हारी महिमा बारण न सको। तू ठाकुर ऊच भगवाना। ऊंचे अपार बेअंत स्वामी। कौन जाने गुण तेरे। गावते उदारे सुनते उदारे। बिन से पाप कनेरे। पशु परेत मुगद को तारे। पाहन पार उतारे। नानक दास तेरी सरनाई। सदा सदा बलिहारे। ज्यों बुलावे त्यों बोला स्वामी। कुदरत कबन हमारी। साध संगत नानक जस गायो। जो प्रभ की अत प्यारी। वाहिगुरु साहिब जी। रामकली महला पंजेवा। जैस की तैस की करमान। आपन लाहे गुमान। जैसका तू तिसका सब कोय। तिसह आराध सदा सुख होए। काहे भरम भरमै बेगाने। नाम बिना कसु काम न आवे। मेरा मेरा कर बहुत पछुताने। रहाउ जो जो करे सोई मान ले। बिन मान रल हो बैखे। तिसका पाना लागे मीठा। गुर प्रसाद बिरलै मन बूठा। बेपरव अगोचर आप। आठ पहर मन ताको जाप। जिस चित आई बिन सै दुखा। हलत पलत तेरा उजल मुखा। कौन कौन उदरे गुण गाए। गणन न जाई कीम न पाए। बूढ़त लो साध संग तरੈ। नानक जिसह प्राप्त करੈ। कौन कौन उदरे गुण गाए। गणन न जाई कीम न पाए। बूढ़त लो साध संग तरੈ। नानक जिसहे प्राप्त करੈ। परम सन्मानयोग गुरु प्यारी साध संगत जी, वडभागे हाँ
ਸਾਹਿਬਾਂ ਦੀ ਬਖਸ਼ਿਸ਼ ਹੋਈ ਹੈ ਸਾਡੇ ਸਭਨਾਂ ਉੱਪਰ। ਸਾਨੂੰ ਅੰਮ੍ਰਿਤ ਵੇਲੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਦੇ ਮਹਾਂਵਾਕਾ ਅਨੁਸਾਰ ਵੱਡੇ ਕੀਆਂ ਵਡਿਆਈਆਂ ਵਾਹਿਗੁਰੂ ਦੇ ਨਾਮ ਨਾਲ ਜੁੜਨ ਦੀ ਬਖਸ਼ਿਸ਼ ਹੋਈ ਹੈ, ਰਹਿਮਤ ਹੋਈ ਹੈ ਸਾਡੇ ਤੇ। ਆਓ ਕੁਝ ਕੁ ਸਮਾਂ ਆਪਣੀਆਂ ਮਨੋ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਰਹਿਮਤ ਸਦਕਾ ਜੋ ਆਪਾਂ ਇੱਕ ਓੰਕਾਰ ਤੋਂ ਪਾਵਨ ਗੁਰਬਾਣੀ ਵਿਚਾਰ ਸਹਿਤ ਲੜੀਵਾਰ ਸਰਵਣ ਕਰਦੇ ਆ ਰਹੇ ਹਾਂ। ਚੱਲ ਰਹੀ ਇਸ ਪਾਵਨ ਅਸਥਾਨ ਦੇ ਉੱਪਰੋਂ ਲੜੀਵਾਰ ਗੁਰਬਾਣੀ ਵਿਚਾਰ ਦੇ ਨਾਲ ਜੁੜਨ ਦੀ ਖੇਚਲਾ ਕਰੀਏ। ਜੋ ਪਾਵਨ ਪਵਿੱਤਰ ਸ਼ਬਦ ਜਾਪ ਸਰਵਣ ਕੀਤਾ ਹੈ, ਜਿਸ ਦੀ ਅਸਾਂ ਵਿਚਾਰ ਕਰਨੀ ਹੈ, ਇਹ ਪਵਿੱਤਰ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਰਸਨਾ ਦੁਆਰਾ ਉਚਾਰਨ ਹੋਇਆ ਜੋ ਕਿ ਰਾਮਕਲੀ ਰਾਗ ਦੇ ਵਿੱਚ ਸੁਸ਼ੋਭਿਤ ਹੈ। ਸਤਿਗੁਰੂ ਜੀ ਇਸ ਸ਼ਬਦ ਦੇ ਵਿੱਚ ਸਾਨੂੰ ਸਮਝਾਉਂਦੇ ਆ ਕਿ ਇਹ ਭਾਈ ਇਹ ਜੀਵ ਉਸ ਵਾਹਿਗੁਰੂ ਨੇ ਆ ਸਾਡੇ ਤੇ ਰਹਿਮਤ ਕੀਤੀ ਹੈ, ਸਾਨੂੰ ਮਨੁੱਖਾ ਜਨਮ ਮਿਲਿਆ ਹੈ। ਸਾਹਿਬ ਦੀ ਕਿਰਪਾ ਸਦਕਾ ਆ ਸਾਡਾ ਸੰਸਾਰ ਵਿੱਚ ਸੋਹਣਾ ਸੰਬੰਧ ਬਣਿਆ, ਕਹਿ ਲਈਏ ਘਰ-ਬਾਰ ਪ੍ਰਾਪਤ ਹੋਇਆ ਹੈ। ਹੋਰ ਬੇਅੰਤ ਇਸ ਜੀਵਨ ਦੀਆਂ ਸੁੱਖ ਸਹੂਲਤਾਂ ਮਾਲਕ ਨੇ ਰਹਿਮਤ ਕੀਤੀ ਹੈ ਸਾਡੇ। ਸਾਹਿਬ ਕਹਿੰਦੇ ਆ ਵੀ ਭਾਈ ਇਸ ਜੀਵਨ ਦਾ ਆਨੰਦ ਲਈਏ, ਵਾਹਿਗੁਰੂ ਵੱਲੋਂ ਮਿਲੀਆਂ ਦਾਤਾਂ ਦਾ ਆਨੰਦ ਲਈਏ, ਖੁਸ਼ੀਆਂ ਖੇੜੇ ਮਾਣੀਏ। ਪਰ ਇੱਕ ਗੱਲ ਯਾਦ ਰੱਖੀਏ ਵੀ ਇਹ ਸਭ ਬਖਸ਼ਿਸ਼ਾਂ ਨੇ ਜਿਹੜੀਆਂ ਨਾ ਪਰਮਾਤਮਾ ਦੀਆਂ ਨੇ, ਤੇ ਪਰਮਾਤਮਾ ਦੀਆਂ ਸਮਝ ਕੇ ਮਾਣੀਏ। ਮੈਂ ਮੇਰੀ ਹੰਕਾਰ ਹੰਗਤਾ ਵਿੱਚ ਨਾ ਕਿਤੇ ਪੈ ਜਾਈਏ, ਇਹ ਨਾ ਕਿਤੇ ਭੁਲੇਖਾ ਮਨ ਵਿੱਚ ਪੈ ਜਾਵੇ ਵੀ ਆਹ ਸਾਡਾ ਹੀ ਸਭ ਕੁਝ ਹੈ, ਸਾਜੋ ਸਮਾਨ, ਵੀ ਅਸੀਂ ਵਰਤ ਰਹੇ ਹਾਂ ਤੇ ਸਾਡਾ ਹੀ ਹੈ, ਕਾਬਜ਼ ਨਾ ਹੋਈਏ। ਕਿਉਂਕਿ ਸਾਹਿਬ ਨੇ ਸਾਨੂੰ ਇਹ ਵੀ ਸਮਝਾਇਆ ਵੀ ਇਹ ਬੰਦਿਆ ਵੀ ਜਿੰਨਾ ਕੁ ਤੂੰ ਲਾਹਾ ਲੈ ਰਿਹਾ ਕਿ ਤੇਰਾ ਖਾਣ ਪਾਣ ਹੈ, ਇਹ ਆਪਣਾ ਸਮਝ ਵੀ ਜਿਹੜਾ ਖਾਧਾ ਪੀਤਾ ਲਾਹੇ ਦਾ ਆਮ ਕਿਹਾ ਜਾਂਦਾ ਹੈ। ਸਾਹਿਬਾਂ ਨੇ ਵੀ ਸਮਝਾਉਣਾ ਕੀਤਾ। ਸਾਹਿਬ ਕਹਿੰਦੇ ਵੀ ਭਾਈ ਵੀ ਤੂੰ ਥੋੜਾ ਜਿਹਾ ਇਹ ਦਿਹਾੜੀ ਦੇ ਵਿੱਚ ਜੋ ਕੁਝ ਸਕਦਾ ਸਕਾਉਂਦਾ ਹੈ, ਚਾਰ ਸ਼ੇਰ ਕਾ ਕਵਲੀਏ ਭਾਵੇਂ ਦਿਹਾੜੀ ਮਹਿਮਾਨ ਸਾਹਿਬ ਆਖਣਾ ਕੀਤਾ ਹੈ। ਸਾਹਿਬ ਕਹਿੰਦੇ ਭਾਈ ਅਵਰ ਵਸਤ ਤੁਝ ਪਾਹੀ ਅਮਾਨ, ਵੀ ਜਿੰਨਾ ਕੁ ਤੇਰਾ ਖਾਣਾ ਤੂੰ ਉਨਾ ਕੁ ਮਹਿਮਾਨ ਆਏ ਖਾਣ ਪੀਣ ਦਾ, ਵੀ ਬਾਕੀ ਵਸਤਾਂ ਤਾਂ ਇਉਂ ਸਮਝੀ ਵੀ ਇਹ ਸਭ ਕੁਝ ਅਮਾਨਤ ਆ ਉਹਦੀ। ਅਵਰ ਵਸਤ ਤੁਝ ਪਾਹੀ ਅਮਾਨ, ਵੀ ਤੇਰੇ ਕੋਲੇ ਅਮਾਨਤ ਹੈ। ਅਮਾਨਤ ਵੀ ਕਿਸੇ ਦੀ ਵਸਤੂ ਸਾਡੇ ਕੋਲੇ ਰੱਖੀ ਹੋਵੇ, ਉਹਨੂੰ ਕਹਿੰਦੇ ਆ ਵੀ ਇਹ ਤਾਂ ਕਿਸੇ ਦੀ ਅਵਰ ਦੀ ਹੋਰ ਦੀ ਭਾਈ ਫਲਾਣੇ ਦੀ ਅਮਾਨਤ ਹੈ, ਇਹ ਮੇਰੀ ਵਸਤੂ ਨਹੀਂ ਹੈ। ਇਉਂ ਹੀ ਵੀ ਅਵਰ ਵਸਤ ਤੁਝ ਪਾਹੀ ਅਮਾਨ ਸਾਹਿਬ ਨੇ ਆਖਣਾ ਕੀਤਾ ਵੀ ਜਿੰਨਾ ਕੁ ਛਕ ਲਿਆ ਉਹ ਤੇਰਾ ਭਾਵ ਕੇ ਬਾਕੀ ਅਮਾਨਤ ਜਾਣੀ, ਅਮਾਨਤ ਪਤਾ ਨਹੀਂ ਕਦੋਂ ਕੋਈ ਮੰਗ ਲਏ, ਕਦੋਂ ਦੇਣੀ ਪੈ ਜਾਏ। ਆ ਜਿੰਦ ਵੀ ਅਮਾਨਤ ਹੀ ਹੈ ਵਾਹਿਗੁਰੂ ਦੀ, ਆ ਸਰੀਰ ਵੀ ਅਮਾਨਤ ਹੈ ਵਾਹਿਗੁਰੂ ਦੀ। ਉਸ ਵਾਹਿਗੁਰੂ ਨੇ ਹੀ ਸਭ ਕੁਝ ਬਖਸ਼ਿਸ਼ਾਂ ਕੀਤੀਆਂ ਨੇ ਸਾਨੂੰ, ਉਹਦੇ ਸ਼ੁਕਰਗੁਜ਼ਾਰ ਹੋਈਏ। ਮੈਂ ਮੇਰੀ ਹੈ ਹੰਗਤਾ ਵਿੱਚ ਨਾ ਕਿਤੇ ਫਸ ਜਾਈਏ। ਮੇਰੀ ਕਰਨ ਵਾਲਿਆਂ ਦਾ ਹਾਲ ਦੱਸਿਆ ਵਾਹਿਗੁਰੂ ਨੇ, ਸਤਿਗੁਰਾਂ ਨੇ ਬਾਣੀ ਦੇ ਦੁਆਰਾ।
पढ़ते हैं आप बाणी दे विचों सब कहते मेरी मेरी कैरों करते दर जोधन ते भाई। मेरी मेरी करन वाले कैरवां की गल की है ते उन्हां कैरवां दे विच जिहड़ा मेन दुर्योधन है। दुर्योधन साहब कहने ने दुर्योधन ने भाई मेरी मेरी बड़ी की। इतिहास तो आप सारी पढ़ते सुनते हैं। जूए विच साल कपट करके अपने भरावां पांडवां नूं हरा दिता, सब कुछ जित लिया। समय दे अवतारी पुरुष सत्कारयोग कृष्ण जी ने भी समझाउणा कीता भी आ भाई तेरे भरा ने मासी दे पुत्र ने इन्हां नूं कुछ क तां जीवन बसर करन दे लई कुछ क भूमि दे दे। ते फिर वो की कहंदा सी इतिहास आपां पढ़दे सुणदे रहने आ। आखिया सी भी मैं जित्तिया सारा कुछ, ਇਹਦਾ मैं हकदार हाँ, हुण मेरा हो चुकिया सब कुछ सारा ही इलाका। जे इन्हां विच ताकत है तो जित लैण मेरे तों। उदां कहना मैं सूई दे नक्के जिन्नी भी जगह देण नूं तैयार नहीं हाँ, इन्ना भी नहीं देना। मेरा सब कुछ है, मेरा मेरा करदा भी ये मेरा ही है। इसे करके बाबा जी ने जो पुरातन गल्लां चलदियां सी, इतिहास चलदे सी, कह लईए आपां गल्लां करियां जांदियां सी, कहानियां पाईयां जांदियां सी, उन्हां नूं अगे रख के समझावण लई सानूं भी लै भाई आ वेखो भी कहंदे आ भी वो बड़ा हंकारी दुर्योधन सी, मेरी मेरी करदा सी। हालत की हुई है बंदिया जी, मेरी मेरी कैरों करते दुर्योधन ते भाई 12 जोजन सतर चले था। 12 जोजन तक भाव इन्नी दूरी तक ਉਹਦਾ सतर ਚੱਲਦਾ ਸੀ। सतर आम राजियां उपर सतर किया जाता भी जिधर भी जाण। सतर हुक्म नूं भी कहा जाता भी ਉਹਦਾ हुक्म एडी दूर तक ਚੱਲਦਾ ਸੀ। जिधर नूं भी ਜਾਂਦਾ ਸੀ नमस्कारां ਹੁੰਦੀਆਂ ਸੀ, सारी प्रजा ਉਹਦੀ ਸਿਕਨ राजा बन गया एडा। भाव के 12 जोजन तक सतर ਚੱਲਦਾ ਸੀ, हुक्म ਚੱਲਦਾ ਸੀ। पर साहब कहने ने देही गिरजन खाई। हालत कैसी होई, देही नूं कोई संभालण वाला भी नहीं रहा। गिरजन खाई ਇਹਦੇ भी दो अर्थ कीते जांदे, गिरज ना खाई भी कहा जाता, गिरजन खाई भी। सतपुरुष कहते अर्थ दो ही ठीक है भाई। जे गिरजा ने खाधी तां भी है राजा सी किड्डा नरादर भी किसी ने सांभिया ही नहीं। गिरजा नहीं रुल खुल गई, गिरजा भाव के उन्हां पंछियां नहीं सकिया। जे ना भी खाधी कह लिए गिरज ना खाई, जे नहीं भी खाधी भी राजा एडा बड़ा भाई वेखो पंछियां ने भी स्वीकार नहीं किया भी ऐसे दुष्ट दा मास असी खावांगे, साडा भी भाई जिहड़ा मन है खराब होएगा। भाव के इहदा ऐसा मन सी, ऐसा इहदे अंदर हंकार सी, ऐसे पुरखी नूं भाव के स्वीकार नहीं किया। भाव दोवे पाकी नरादर वाले आ भी ऐसी हालत होई। साहब कहंदे है भी आ भाई मेरी मेरी करनी है जिहड़ी ये चंगा नहीं हुंदा। भगत साहिबाना ने सानूं समझाउणा कीता भी जिन्ना चਿਰ साडे अंदर मैं मेरी है भाई उन्ना चਿਰ प्यारा प्रभु परमात्मा नहीं पाया जा सकदा, ਉਹਦੀ प्राप्ति नहीं है। बाबा जी वचन कर दिया जब हम होते हम भी जिन्ना चਿਰ हम मैं मेरी है साडे अंदर आ वाहिगुरू तब तू नहीं, तब तां उन्ना चਿਰ तू नहीं दर्शन दिंदा है। तेरा तो ख्याल ही नहीं आता जिन्ना चਿਰ मैं मेरी है। क्योंकि हंकारी बंदे नूं कित्थे रब दा ख्याल आजू। वो कहना रब की हुंदा है, हंकारी है जिहड़ा। ते सतगुरु जी कहंदे ने बई जिन्ना चਿਰ भाई अंदर मैं मेरी हंगता है, हंकार है, तब तू नहीं। पर जदों मिट गया हंकार, आपा परका मिट गया, जत देखा तत तू। आपा मिट गया, मैं मेरी मिट गई, फिर की भगत जी कहते आ अब तू ही मैं नहीं, हुण मैं नहीं, मैं मेरी निकल गई ते हुण तां तू ही तू है।
अब तो ही मैं नाही, अनल अगम जैसे लहर में ओधद, जल केवल जल माही। माधवे क्या कहिए, भ्रम ऐसा जैसा मानिए, होए ना तैसा। भी भरम ਇਹੋ ਜਿਹਾ ਪਿਆ ਹੋਇਆ ਸਾਨੂੰ, ਕੀ ਕਹੀਏ ਆਪਾਂ, ਗੱਲ ਕਹਿਣ ਤੋਂ ਪਰੇ ਦੀ ਹੋਈ ਆ। ਬਾਬਾ ਜੀ ਕਹਿੰਦੇ ਨੇ ਭੁਲੇਖਾ ਹੀ ਸਾਨੂੰ ਐਡਾ ਵੱਡਾ ਪਿਆ, ਭਰਮ ਹੀ ਐਡਾ ਪਿਆ ਹੋਇਆ ਵੀ ਜਿਹੋ ਜਿਹਾ ਅਸੀਂ ਮੰਨੀ ਬੈਠਿਆ ਉਹ ਹੈ ਹੀ ਨਹੀਂ। ਆ ਜੋ ਅਸੀਂ ਵੀ ਆਪਣੇ ਆਪ ਨੂੰ ਮੰਨੀ ਬੈਠਿਆ ਕਿ ਨਾ ਵੀ ਮੈਂ ਆ ਹਾਂ ਮੈਂ ਉਹ ਹਾਂ, ਉਹ ਤਾਂ ਹੈ ਹੀ ਨਹੀਂ। ਸਾਹਿਬ ਕਹਿੰਦੇ ਤੂੰ ਆ ਹਸਤੀ ਕੀ ਬਣਾ ਲਈ ਤੈਂ ਆਪਣੀ। ਸਾਹਿਬ ਕਹਿੰਦੇ ਭਲਿਆ ਉਹ ਵਾਹਿਗੁਰੂ ਨੇ ਤੈਨੂੰ ਮਨੁੱਖਾ ਜਨਮ ਦਿੱਤਾ, ਇਸ ਜਨਮ ਨੂੰ ਸਮਝਣਾ ਕਰ। ਆ ਸਰੀਰ ਜਿਹੜਾ ਦਿੱਤਾ, ਪੜਦੇ ਤਾਂ ਹਾਈ ਆਪਾਂ, ਕਿਤੇ ਪਿਆਰ ਵਿੱਚ ਮਨ ਕਰਕੇ ਕਹਿ ਦਈਏ ਆਪਾਂ। ਗੁਰੂ ਪਿਆਰਿਓ ਸਾਰਿਆਂ ਦੇ ਯਾਦ ਹੈ ਪਾਤਸ਼ਾਹ ਦੇ ਵਚਨ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਇਹ ਪੌੜੀ ਆਪਾਂ ਪੜ੍ਹਦੇ ਹਾਂ ਜਦੋਂ ਅਰਜ ਕਰਨ ਲੱਗਦੇ ਹਾਂ, ਅਰਦਾਸ ਕਰਦੇ ਹਾਂ ਰਮਤਾ ਵਿੱਚ। ਤੂੰ ਠਾਕੁਰ ਤੁਮ ਪਹੀ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ਼। ਵੀ ਆ ਮੇਰਾ ਮਾਲਕਾ ਤੂੰ ਸਾਡਾ ਸੁਆਮੀ ਹੈ, ਠਾਕੁਰ ਹੈ, ਤੇ ਤੇਰੇ ਅੱਗੇ ਅਸੀਂ ਅਰਜ ਕਰਨ ਲੱਗਿਆ, ਅਰਦਾਸ ਹੈ ਸਾਡੀ। ਆ ਮੇਰੇ ਵਾਹਿਗੁਰੂ ਆ ਜੀਓ ਜਿੰਦ ਹੈ ਜਿਹੜੀ ਸਾਡੀ, ਪਿੰਡ 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 ਨੂੰ, ਆ ਸਰੀਰ ਨੂੰ ਕਿਹਾ, ਪਿੰਡੇ ਨੂੰ, ਦੇਹ ਨੂੰ ਕਿਹਾ ਵੀ ਸਾਡਾ ਜਿਹੜਾ ਆ ਜਿੰਦ ਵੀ ਹੈ ਤੇ ਪਿੰਡ ਵੀ ਹੈ, ਸਰੀਰ ਵੀ ਹੈ ਜਿਹੜਾ, ਵਾਹਿਗੁਰੂ ਤੇਰੀ ਦਿੱਤੀ ਰਾਸ ਹੈ। ਕਹਿ ਤਾਂ ਸਾਰੀ ਛੱਡਦੇ ਆਪਾਂ, ਪਰ ਕੋਈ ਮੰਨੇ। ਗੱਲ ਇਹ ਹੈ ਵੀ ਜੇ ਮਨ ਕਰਕੇ ਕਹਿ ਦੀ ਵੀ ਬਾਬਾ ਬਈ ਆ ਸਰੀਰ ਤੇ ਜਿੰਦ ਤੇਰੀ ਹੈ, ਤੇਰੀ ਦਿੱਤੀ ਹੋਈ ਹੈ, ਤੇਰੀ ਹੈ। ਜੇ ਬਾਣੀ ਪੜਾਂਗੇ ਗੁਰੂ ਪਿਆਰਿਓ ਤਾਂ ਇਹ ਖਿਆਲ ਬਣਨ ਜਾਣਗੇ। ਖਿਆਲ ਜੋ ਜੋ ਬਾਣੀ ਪੜਾਂਗੇ, ਕਿਉਂਕਿ ਬਾਣੀ ਵਿੱਚ ਫਿਰ ਪੜਿਆ ਜਾਏਗਾ, ਇਹ ਤਾਂ ਵਸਤ ਗੋਪਾਲ ਕੀ ਜਬ ਭਾਵੈ ਲੈ ਖਸ। ਬਈ ਆ ਵਸਤੂ ਜਿਹੜਾ ਆ ਸਰੀਰ ਦਿੱਤਾ ਹੋਇਆ, ਇਹ ਤਾਂ ਮੇਰੇ ਵਾਹਿਗੁਰੂ ਦਾ, ਗੋਪਾਲ ਦਾ, ਗੋ ਪ੍ਰਿਥਵੀ ਪਾਲ ਪਾਲਣ ਵਾਲਾ, ਜਿਹੜਾ ਇਸ ਪ੍ਰਿਥਵੀ ਨੂੰ, ਆ ਸ੍ਰਿਸ਼ਟੀ ਨੂੰ, ਸਾਰਿਆਂ ਨੂੰ ਪਾਲਣ ਵਾਲਾ। ਇਹ ਵਸਤੂ ਤਾਂ ਸਾਰੀ ਉਹਦੀ ਹੈ। ਜਬ ਭਾਵੇ ਲੈ ਖਸ, ਜਦੋਂ ਜੀ ਕਰਦਾ ਹੈ ਉਹ ਖਸ ਲੈਂਦਾ ਹੈ। ਇਸੇ ਕਰਕੇ ਕਿਹਾ ਮਾਲਕ ਨੇ ਵੀ ਇਹ ਭਰਮ ਜਿਹਾ ਕੀ ਪਾ ਲਿਆ ਸੀ। ਸਾਨੂੰ ਕਹਿ ਰਹੇ ਨੇ ਬਾਬਾ ਜੀ ਵੀ ਕਿਹੋ ਜਿਹਾ ਭਰਮ ਪੈ ਗਿਆ। ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਐ, ਹੋਏ ਨਾ ਤੈਸਾ। ਬੰਦਿਆ ਜਿਹੋ ਜਿਹਾ ਤੂੰ ਮੰਨੀ ਬੈਠਾ ਕਿ ਨਾ, ਉਹੋ ਜਿਹਾ ਹੈ ਨਹੀਂ। ਭੁਲੇਖਾ ਪੈ ਗਿਆ ਸਾਨੂੰ, ਸਭ ਕਾਸ਼ੇ ਦਾ ਬਿਰਲਿਆਂ ਨੂੰ ਛੱਡ ਕੇ ਭੁਲੇਖਾ ਪੈ ਗਿਆ। ਐਸਾ ਭੁਲੇਖਾ ਪਿਆ ਬਸ ਸੁਪਨੇ ਨੂੰ ਸੱਚ ਕਰ ਲਿਆ, ਸੱਚ ਨੂੰ ਅਸੀਂ ਹੋਰ ਹੀ ਕੁਛ ਮੰਨੀ ਬੈਠੇ ਹਾਂ। ਤੇ ਬਾਬਾ ਜੀ ਬਾਣੀ ਵਿੱਚ ਅੱਗੇ ਕਹਿ ਰਹੇ ਨੇ, ਨਰਪਤ ਏਕ ਸੁਹਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਸਤ ਰਾਜ ਵਿਸਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਅੱਗੇ ਕਹਿੰਦੇ ਆ ਰਾਜ ਭਿਅੰਗ ਪ੍ਰਸੰਗ ਜੈਸੇ ਹੈ, ਅਬ ਕਿਛ ਮਰਮ ਬਣੀ ਜਨਾਇਆ। ਵੀ ਹੁਣ ਕੋਈ ਸਮਝਾ ਵੀ ਇਹ ਤਾਂ ਰਾਜ, ਬਸ ਇਹ ਸਭ ਕੋ ਕੀ ਹੈ, ਭਿਅੰਗ ਜੈਸੇ ਹੈ। ਵੀ ਇਉਂ ਹੀ ਹੈ ਵੀ ਜਿਵੇਂ ਭਾਈ ਸਤਿਪੁਰਸ਼ ਕਹਿੰਦੇ ਬਈ ਭਾਈ ਹਨੇਰੇ ਦੇ ਵਿੱਚ ਰੱਸੀ ਹੋਵੇ ਕਿ ਨਾ, ਸਰਪ ਲੱਗਦੀ ਹੈ ਕਈ ਵਾਰ ਰੱਸੀ। ਭੁਜੰਗ ਭਾਵ ਸੱਪ ਨੂੰ ਕਹਿੰਦੇ ਵੀ ਸੱਪ ਵਾਂਗ ਕਈ ਵਾਰੀ ਭੁਲੇਖਾ ਪੈ ਜਾਂਦਾ। ਉਦਾਹਰਨਾਂ ਦਿੱਤੀਆਂ ਨੇ ਸਾਨੂੰ ਸਮਝਾਉਣ ਲਈ ਵੀ ਜਿਹੜੀਆਂ ਸੌਖੇ ਤਰ੍ਹਾਂ ਸਾਡੇ 'ਚ ਵਰਤਦੀਆਂ ਰਹਿੰਦੀਆਂ ਨੇ, ਵੀ ਬੰਦਾ ਸੁਣ ਕੇ ਸਮਝ ਜਾਵੇ। ਵੀ ਬੜੀ ਵਾਰ ਹੁੰਦਾ ਹਨੇਰਾ ਭਾਈ, ਹਨੇਰੇ ਵਿੱਚ ਰੱਸੀ ਪਈ ਵੀ ਕਈ ਵਾਰ ਲੱਗਦੀ ਆ ਵੀ ਸੱਪ ਪਿਆ, ਪਰ ਜਦੋਂ ਪ੍ਰਕਾਸ਼ ਹੁੰਦਾ ਫੇਰ ਹੁੰਦਾ ਮਨ ਵਿੱਚ ਐਵੇਂ ਡਰੀ ਜਾਂਦੇ ਸੀ ਇਹ ਤਾਂ ਹੈ ਹੀ ਰੱਸੀ ਹੈ। ਐਵੇਂ ਗੁਰੂ ਪਿਆਰਿਓ, ਤੇ ਉਹ ਡਰ ਸਾਡੇ ਅੰਦਰ ਭਰਮਾਂ ਦੇ ਪਏ ਹੋਏ ਨੇ। ਤੇ ਜਦੋਂ ਅੰਦਰ ਪ੍ਰਕਾਸ਼ ਹੋ ਜਾਂਦਾ ਕਿ ਨਾ, ਫਿਰ ਇਹ ਡਰ ਨੇ ਜਿਹੜੇ ਸਾਰੀ ਚੱਕੇ ਜਾਂਦੇ ਆ। ਤਾਂ ਹੀ ਤਾਂ ਮਾਲਕ ਨੇ ਕਿਹਾ ਵੀ ਭਾਈ ਪਰਮਾਤਮਾ ਨੂੰ ਜਪਿਆ ਕਰ, ਨਿਰਭਉ ਨੂੰ ਜਪਿਆ ਕਰ। ਜਦੋਂ ਨਿਰਭਉ ਦਾ ਜਾਪ ਹੁੰਦਾ, ਨਿਰਭਉ ਜਪੈ ਸਗਲ ਭਉ ਮਿਟੈ। ਸਾਹਿਬ ਕਹਿੰਦੇ ਜਿਹੜਾ ਜਪਦਾ, ਜਿਹੜਾ ਸਮਝਦਾ, ਉਹਦੇ ਸਾਰੀ ਡਰ ਮਿਟ ਜਾਂਦੇ ਆ। ਨਹੀਂ ਤਾਂ ਗੁਰੂ ਪਿਆਰਿਓ ਇਤਨੇ ਡਰ ਪਾਏ ਜਾਂਦੇ ਆ, ਇੰਨੇ ਡਰ ਪਾਏ ਨੇ ਸਾਨੂੰ ਡੰਬੀਆਂ ਪਖੰਡੀਆਂ ਲੁੱਟਣ ਵਾਲਿਆਂ ਨੇ। ਬਸ ਉਹਨਾਂ ਡਰਾਂ ਦੇ ਵਿੱਚ ਅਸੀਂ ਲੁੱਟ ਖਸੁੱਟ ਜਾਈ ਜਾਂਦੇ ਹਾਂ।
ਸਹਿਮੇ ਫਿਰਦੇ ਆ ਜਿਹੜੀਆਂ ਚਿੰਤਾਵਾਂ ਵਾਧੂ ਵਧੀਆਂ ਹੋਈਆਂ ਨੇ ਇਹ ਭਰਮਾਂ ਦੀਆਂ ਹੀ ਨੇ, ਸਾਰੀਆਂ ਭੁਲੇਖਿਆਂ ਦੀਆਂ ਹੀ ਨੇ। ਇਸੇ ਕਰਕੇ ਸਾਹਿਬਾ ਕਹਿੰਦੇ ਆ ਭਰਮ ਚੋਂ ਨਿਕਲ ਬੰਦਿਆ। ਆਓ ਭਰਮਾਂ ਦੀ ਗੱਲ ਅੱਜ ਸਤਿਗੁਰੂ ਜੀ ਇਸ ਸ਼ਬਦ ਵਿੱਚ ਕਰਦੇ ਆ। ਰਹਾਉ ਵਾਲਾ ਬੰਦ ਹੈ ਜਿਹੜਾ ਸ਼ਬਦ ਦਾ। ਸਾਹਿਬ ਕਹਿੰਦੇ ਕਾਹੇ ਭਰਮ ਭਰਮ ਹੈ ਬੇਗਾਨੇ। ਬੇਗਿਆਨੇ ਭਾਵ ਕੇ ਬੇਗਿਆਨਿਆ ਗਿਆਨ ਤੋਂ ਵੀ ਹੋਣਿਆ। ਕਾਹਦਾ ਭਰਮ ਕਰਦਾ ਫਿਰਦਾ ਭਾਈ? ਕੀ ਤੂੰ ਭੁਲੇਖੇ ਵਿੱਚ ਪੈ ਗਿਆ? ਭੁਲੇਖੇ ਦੇ ਕਾਰਨ ਹੀ ਆਪਾਂ ਸਭ ਕੁਝ ਰਚੇ ਮਿਚੇ ਫਿਰਦੇ ਆ। ਭੁਲੇਖਾ ਵੀ ਖੈਰ ਉੱਥੋਂ ਆ ਹੋਏਗਾ, ਭੁਲੇਖਾ ਹੀ ਹੈ ਵੀ ਆਹ ਕੀਤਿਆਂ ਆ ਹੋ ਜਾਊਗਾ, ਆਹ ਕੀਤਿਆਂ ਆ ਹੋ ਜਾਏਗਾ, ਏਦਾਂ ਏਦਾਂ ਹੋ ਜਾਏਗਾ। ਬੜਾ ਕੁਛ ਹੈ, ਭੁਲੇਖੇ ਭਰਮ ਨੇ ਜਿੰਨੇ ਅੱਜ ਦੁਨੀਆ ਕਰਮ ਕਾਂਡ ਕਰਦੀ ਫਿਰਦੀ ਹੈ, ਫੋਕਟ ਕਰਮ ਕਰਦੀ ਫਿਰਦੀ ਹੈ। ਇਹ ਸਾਰੇ ਭੁਲੇਖੇ ਹੈ। ਵਿਸਥਾਰ ਵਿੱਚ ਜਾਵਾਂਗੇ, ਬੜਾ ਗੁਰੂ ਪਿਆਰਿਓ ਸਮਾਂ ਬੜਾ ਲੱਗੇਗਾ। ਭਾਵ ਕਿ ਸਭ ਆਪਾਂ ਸਮਝਦਾਰੀ, ਅੱਜ ਦੁਨੀਆ ਪੜ੍ਹਾਈ ਦਾ ਯੁੱਗ ਹੈ ਕਹਿ ਲਈ ਆਪਾਂ, ਸਾਰੇ ਸਮਝਦੇ ਹਾਂ ਗੱਲ ਨੂੰ ਜੋ ਗੁਰੂ ਮਹਾਰਾਜ ਇਸ਼ਾਰਾ ਕਰਦੇ ਆ ਸਾਨੂੰ। ਸਾਹਿਬ ਕਹਿੰਦੇ ਆ ਬੰਦਿਆ ਤੂੰ ਕਾਹਦੇ ਭੁਲੇਖੇ ਵਿੱਚ ਪਿਆ ਹੋਇਆ ਹੈ? ਕਾਹੇ ਭਰਮ ਭਰਮੈ ਬੇਗਿਆਨੇ। ਬੇਗਾਨੇ ਦਾ ਭਾਵ ਹੁੰਦਾ ਬੇਗਿਆਨਾ, ਵੀ ਬਿਨਾਂ ਗਿਆਨ ਤੋਂ। ਬੰਦਿਆ ਗਿਆਨ ਲੈ ਲਾ, ਤੇਰਾ ਭਰਮ ਖਤਮ ਹੋ ਜਾਏਗਾ। ਇਹੋ ਜਿਹਾ ਕਰਮ ਕਰਿਆ ਕਰ। ਬਾਣੀ ਪੜ੍ਹਨ ਦਾ ਅਭਿਆਸ ਕਰ ਲੈ, ਨਾਮ ਜਪਣ ਦਾ, ਸਿਮਰਨ ਦਾ, ਸਮਝਣ ਦਾ ਅਭਿਆਸ ਕਰ ਲੈ। ਤੈਨੂੰ ਪਤਾ ਲੱਗ ਜਾਏਗਾ। ਜਦੋਂ ਗਿਆਨ ਹੋ ਜਾਏਗਾ ਤੇ ਸਾਹਿਬ ਕਹਿੰਦੇ ਆ ਫਿਰ ਭਰਮਾਂ ਦਾ ਨਾਸ਼ ਹੋ ਜਾਏਗਾ। ਕਿਉਂਕਿ ਬਾਬਾ ਜੀ ਨੇ ਆਖਣਾ ਕੀਤਾ, ਸਾਹਿਬ ਜੀ ਸਾਨੂੰ ਕਹਿ ਰਹੇ ਨੇ ਗਿਆਨੇ ਕਰਮ ਕਰਮ ਅਭਿਆਸ। ਬਈ ਗਿਆਨ ਦੇ ਕਰਕੇ ਭਾਈ ਗਿਆਨ ਲਈ ਸਾਨੂੰ ਕਰਮ ਕੋਈ ਅਭਿਆਸ ਕਰਨਾ ਪੈਂਦਾ ਹੈ। ਜੇ ਗਿਆਨ ਲੈਣਾ ਵਿਦਿਆ ਹਾਸਲ ਕਰਨੀ ਪੈਂਦੀ ਹੈ। ਇਵੇਂ ਹੀ ਜੇ ਰੂਹਾਨੀਅਤ ਦਾ ਗਿਆਨ ਲੈਣਾ, ਅੰਦਰੂਨੀ ਆਪਣਾ ਗਿਆਨ ਲੈਣਾ, ਤਾਂ ਬਾਣੀ ਪੜ੍ਹਨੀ ਪੈਂਦੀ ਹੈ, ਬਾਣੀ ਸਮਝਣੀ ਪੈਂਦੀ ਹੈ, ਵਿਚਾਰਨੀ ਪੈਂਦੀ ਹੈ, ਕੁਝ ਸਮਾਂ ਕੱਢਣਾ ਪੈਂਦਾ ਹੈ। ਇਸੇ ਕਰਕੇ ਸਾਹਿਬ ਕਹਿੰਦੇ ਆ ਭਾਈ ਗਿਆਨੈ ਕਾਰਨ ਕਰਮ ਅਭਿਆਸ। ਗਿਆਨ ਭਿਆ ਤਉ ਕਰਮੈ ਨਾਸ। ਜਦੋਂ ਗਿਆਨ ਹੋ ਜਾਂਦਾ ਫਿਰ ਕਰਮ ਵੀ ਛੱਡੇ ਜਾਂਦੇ ਆ। ਫਿਰ ਗੁਰੂ ਪਿਆਰਿਓ ਜੇ ਗਿਆਨ ਹੈ, ਜਿੰਨਾ ਚਿਰ ਗਿਆਨ ਨਹੀਂ ਹੁੰਦਾ ਉਹਨਾਂ ਚਿਰ ਕਰਮ ਅਭਿਆਸ, ਉਹਨਾਂ ਚਿਰ ਇਹ ਵੀ ਆਪਾਂ ਕਹਿ ਲਈਏ ਵੀ ਬੰਦਾ ਫੋਕਟ ਕਰਮ ਬੜੇ ਕਰੀ ਜਾਂਦਾ। ਉੱਦਾਂ ਦੀਆਂ ਹੀ ਵਾਧੂ ਫੋਕਟ ਸਰਦਾ ਹੀ ਬੜੀਆਂ ਰਹਿੰਦੀਆਂ ਨੇ। ਸਾਡੀ ਸਰਦਾ ਜੀ, ਸਾਡੀ ਉੱਥੇ ਸਰਦਾ ਜੀ, ਸਾਡੀ ਉੱਥੇ ਸਰਦਾ ਜੀ, ਦੁਨੀਆ ਕਹਿੰਦੀ ਹੈ। ਹਰ ਇੱਕ ਤਾਂ ਹੀ ਸਾਡੀ ਸਰਦਾ ਬਣਾਈ ਪਈ ਹੈ। ਪਰ ਜਦੋਂ ਗਿਆਨ ਹੋ ਜਾਂਦਾ ਗੁਰੂ ਪਿਆਰਿਓ ਫਿਰ ਜਿਹੜੀਆਂ ਵਾਧੂ ਦੀਆਂ ਸਰਦਾਂ ਫੋਕਟ ਕਰਮ ਸਰਦ ਨੇ ਉਹ ਖਤਮ ਹੋ ਜਾਂਦੇ ਆ, ਛੱਡੇ ਜਾ ਸਕਦੇ ਆ ਜੇ ਸਮਝ ਆਵੇ ਤਾਂ। ਬੇਸਮਝੇ ਤੋਂ ਨਹੀਂ, ਬੇਗਿਆਨੇ ਤੋਂ ਨਹੀਂ। ਜੋ ਮਾਲਕ ਅੱਜ ਕਹਿੰਦੇ ਆ ਕਾਹੇ ਭਰਮ ਭਰਮੈ ਬੇਗਿਆਨੇ। ਕਹਿੰਦੇ ਬੇਗਿਆਨਿਆ ਐ ਭਾਈ ਅਗਿਆਨੀ ਪੁਰਸ਼ਾ ਗਿਆਨ ਤੋਂ ਵੀ ਹੋਣਿਆ। ਕਾਹਦੇ ਭਰਮਾਂ ਵਿੱਚ ਪਿਆ ਹੋਇਆ, ਭੁਲੇਖਿਆਂ ਵਿੱਚ ਪਿਆ ਹੋਇਆ। ਤੇ ਸਾਹਿਬ ਕਹਿੰਦੇ ਨਾਮ ਬਿਨਾ ਕਿਸ ਕਾਮ ਨਾ ਆਵੇ। ਮੇਰਾ ਮੇਰਾ ਕਰ ਬਹੁਤ ਪਛਤਾਨੇ। ਕਹਿੰਦੇ ਭਾਈ ਨਾਮ ਤੋਂ ਬਿਨਾ ਕੁਝ ਕੰਮ ਨਹੀਂ ਆਉਂਦਾ, ਕੁਝ ਕੰਮ ਨਹੀਂ ਆਉਂਦਾ। ਹੁਣ ਨਾਮ ਕੀ ਹੈ ਸਮਝਣਾ ਪਵੇਗਾ। ਉੱਦਾਂ ਤਾਂ ਗੁਰੂ ਪਿਆਰਿਓ ਸਭ ਪਦਾਰਥ ਚਾਹੀਦੇ ਆ ਸਾਨੂੰ, ਪਦਾਰਥ ਸਾਡੇ ਕੰਮ ਦੇ ਹੈ। ਜੇ ਸਕਾਂਗੇ ਤਦੇ ਸਰੀਰ ਚੱਲੇਗਾ। ਹੋਰ ਮਾਇਆ ਵੀ ਭਾਈ ਸਾਡੇ ਕੰਮ ਦੀ ਹੈ। ਜੇ ਕੋਲੇ ਹੋਵੇਗੀ ਤਦੇ ਸਾਡੀ ਜ਼ਿੰਦਗੀ ਬਸਰ ਹੋਵੇਗੀ, ਤਦੇ ਅਸੀਂ ਪਦਾਰਥ ਲਿਆ ਸਕਦੇ ਹਾਂ। ਭਾਵ ਕਿ ਉਹਦਾ ਤਾਂ ਮਾਲਕ ਨੇ ਨਿਬੇੜ ਦਿੱਤਾ ਵੀ ਨਾਮ ਬਿਨਾ ਕਿਸ ਕੰਮ ਨਾ ਆਵੇ। ਕਹਿੰਦੇ ਨਾਮ ਤੋਂ ਬਿਨਾ ਕੁਛ ਕੰਮ ਨਹੀਂ ਆਉਂਦਾ। ਤੇ ਹੁਣ ਇੱਥੇ ਸਮਝਣਾ ਪਵੇਗਾ ਵੀ ਨਾਮ ਕੀ ਹੈ ਜਿਸ ਤੋਂ ਬਿਨਾ ਕੁਛ ਵੀ ਕੰਮ ਨਹੀਂ ਆਉਂਦਾ। ਨਾਮ ਕੀ ਹੈ ਗੁਰੂ ਪਿਆਰਿਓ? ਬੜੀ ਵਾਰ ਸਮਝ ਆਪਾਂ ਵੀ ਨਾਮ ਸੱਚ ਨੂੰ ਕਹਿੰਦੇ ਆ ਸਾਹਿਬ, ਵੀ ਸੱਚ ਤੋਂ ਬਿਨਾ ਕੁਛ ਕੰਮ ਨਹੀਂ ਆਉਂਦਾ। ਅੱਜ ਵੇਖਦੇ ਆ ਨਾ ਆਪਾਂ ਵੀ ਝੂਠ ਦੇ ਨਾਲ, ਠੱਗੀਆਂ ਠੋਰੀਆਂ ਨਾਲ, ਛਲ ਕਪਟਾਂ ਨਾਲ, ਰਿਸ਼ਵਤ ਖੋਰੀਆਂ ਨਾਲ ਬੰਦੇ ਨੇ ਬਹੁਤ ਕੁਛ ਇਕੱਠਾ ਕਰ ਲਿਆ। ਇਕੱਠਾ ਕਰ ਲਿਆ ਨਾ ਕਾਹਦੇ ਨਾਲ? ਝੂਠ ਨਾਲ। ਤੇ ਅੱਜ ਝੂਠ ਬੜਿਆਂ ਦਾ ਗੁਰੂ ਪਿਆਰਿਓ ਪਾਜ ਉਗੜੀ ਜਾਂਦੇ ਆ ਤੇ ਕੰਮ ਹੀ ਨਹੀਂ ਆ ਰਿਹਾ, ਜ਼ਬਤ ਹੋਈ ਜਾਂਦਾ ਸਭ ਕੁਛ। ਇਹਨੂੰ ਕਹਿੰਦੇ ਆ ਵੀ ਬੰਦਿਆ ਵੇਖ ਵੀ ਤੂੰ ਸੱਚ ਦਾ ਸਹਾਰਾ ਨਹੀਂ ਲਿਆ,
ਝੂਠ ਦਾ ਸਹਾਰਾ ਲੈ ਕੇ ਬੜਾ ਕੁਛ ਇਕੱਠਾ ਕੀਤਾ, ਪਰ ਅੱਜ ਕੰਮ ਆ ਰਿਹਾ। ਕੰਮ ਕਿਸੇ ਦੇ ਆਇਆ? ਪੁਰਾਤਨ ਇਤਿਹਾਸ ਪੜ੍ਹ ਕੇ ਵੇਖ ਲਈਏ ਬਈ ਝੂਠ ਨਾਲ ਇਕੱਠਾ ਕੀਤਾ ਹੋਇਆ ਸਾਜੋ ਸਮਾਨ ਵੀ ਕੰਮ ਆਇਆ। ਵੀ ਜਿਹਨੇ ਸੱਚ ਨਾਲ ਕੀਤਾ ਭਾਈ, ਸੱਚੀ ਸੁੱਚੀ ਕਿਰਤ ਨਾਲ, ਮਿਹਨਤ ਨਾਲ ਕੀਤਾ, ਉਹਨਾਂ ਨੇ ਆਨੰਦ ਮਾਣਿਆ, ਉਹਨਾਂ ਨੂੰ ਕੰਮ ਵੀ ਆ ਜਾਂਦਾ ਹੈ, ਉਹਨਾਂ ਦੇ ਕੰਮ ਆ ਜਾਂਦਾ ਹੈ। ਭਾਵ ਕਿ ਉਹ ਲਾਹਾ ਲੈਂਦੇ ਆ, ਆਨੰਦ ਲੈਂਦੇ ਆ, ਆਜ਼ਾਦੀ ਵਿੱਚ ਰਹਿੰਦੇ ਆ, ਫਕਰ ਕਰਦੇ ਆ ਆਪਣੇ ਆਪ ਤੇ ਸਤਿਗੁਰੂ ਰਹਿਮਤ ਕਰਨ ਸਾਨੂੰ ਸਮਝ ਆਏ। ਤੇ ਸਾਹਿਬਾ ਕਹਿੰਦੇ ਆ ਇਉਂ ਭਾਈ, ਇਹ ਸੱਚ ਨਾਮ ਤੋਂ ਬਿਨਾਂ ਕੁਛ ਵੀ ਸਾਡੇ ਕੰਮ ਆਉਣ ਵਾਲਾ ਨਹੀਂ। ਭਾਵ ਕਿ ਅੰਦਰ ਚਿੰਤਾ ਹੀ ਖੜੀਆਂ ਹੁੰਦੀਆਂ ਨੇ, ਅੰਦਰ ਰੋਗ ਖੜੇ ਹੁੰਦੇ ਆ, ਅੰਦਰ ਸਹਿਮ ਖੜੇ ਹੁੰਦੇ ਆ। ਤੇ ਸਤਿਗੁਰੂ ਜੀ ਕਹਿੰਦੇ ਆ ਭਾਈ, ਜੇ ਤੂੰ ਅਸਲ ਕੰਮ ਲੈਣਾ, ਸ਼ਾਂਤੀ ਲੈਣੀ ਹੈ, ਅੰਦਰੂਨੀ ਖੇੜਾ ਆਨੰਦ ਜ਼ਿੰਦਗੀ ਦਾ ਲੈਣਾ, ਤਾਂ ਸਾਹਿਬ ਕਹਿੰਦੇ ਸੱਚ ਨਾਮ ਨੂੰ ਸਮਝਣਾ ਕਰ। ਤੇ ਨਾਮ ਨਾਲ ਜੁੜ ਕੇ ਸਾਹਿਬ ਕਹਿੰਦੇ ਹੈ ਭਾਈ, ਤੂੰ ਨਾਮ ਦੇ ਦੁਆਰਾ ਸੱਚ ਨੂੰ ਸਮਝ ਕੇ ਸੱਚੀ ਕਿਰਤ ਵਿਹਾਰ ਕਰੇਗਾ, ਆਪਣਾ ਜੀਵਨ ਐਸਾ ਬਣਾਏਗਾ ਜੋ ਸਾਹਿਬ ਨੇ ਆਖਣਾ ਕੀਤਾ, ਉਦਮ ਕਰੇਂਦਿਆ ਜੀਓ ਕਮਾਮਦਿਆ ਸੁਖ ਪਹੁੰਚਾ, ਧਿਆਏਂਦਿਆ ਤੂੰ ਪ੍ਰਭੂ ਮਿਲ, ਨਾਨਕ ਉਤਰੈ ਚਿੰਤ ਚਿੰਤਾਵਾਂ ਸਾਰੀਆਂ ਹੀ ਖਤਮ ਹੋ ਜਾਂਦੀਆਂ ਨੇ। ਮਾਲਕ ਰਹਿਮਤ ਕਰਦੇ। ਆਓ ਹੁਣ ਵਿਸਥਾਰ ਵਿੱਚ ਨਾ ਜਾਈਏ, ਸਮਾਂ ਇਜਾਜ਼ਤ ਨਹੀਂ ਦਿੰਦਾ। ਸਾਹਿਬਾ ਕਹਿੰਦੇ ਨਾਮ ਬਿਨਾ ਕਿਸ ਕਾਮ ਨਾ ਆਵੈ, ਮੇਰਾ ਮੇਰਾ ਕਰ ਬਹੁਤ ਪਛਤਾਨੇ। ਮੇਰਾ ਮੇਰਾ ਕਰਨ ਵਾਲੇ ਬੜੇ ਪਛਤਾਉਂਦੇ ਦੇਖੇ ਆ ਸੰਸਾਰ ਦੇ ਵਿੱਚ। ਭਾਵ ਕਿ ਪਛਤਾਵਾ ਹੀ ਰਹਿ ਜਾਂਦਾ ਹੈ। ਆਖਰੀ ਸਾਹ ਤੇ ਜਾ ਕੇ ਵੀ ਫਿਰ ਮਨ ਇਉਂ ਹੀ ਕਰਦਾ ਵੀ ਇੰਨਾ ਆਹ ਕੁਝ ਮੇਰਾ ਸੀ, ਇੰਨਾ ਕੁਝ ਬਣਾਇਆ ਸੀ, ਉਹ ਲੈ ਗਿਆ, ਇਹਦੇ ਕੋਲੇ ਰਹਿ ਗਿਆ, ਕੋਈ ਲਾਹਾ ਨਹੀਂ ਲਿਆ। ਇਹ ਪਛਤਾਵੇ ਨੇ, ਇਹ ਪਛਤਾਵੇ ਹੈ। ਇਸ ਕਰਕੇ ਆਓ, ਇਹ ਸਾਹਿਬਾ ਕਿਰਪਾ ਕਰਦੇ ਨੇ ਸਾਡੇ ਤੇ, ਸਾਨੂੰ ਸਮਝਾਉਂਦੇ ਆ ਵੀ ਐ ਬੰਦਿਆ, ਇੱਕ ਮਾਣ ਨਾ ਕਰੀ, ਹੰਕਾਰ ਨਾ ਕਰੀ, ਮੇਰਾ ਮੇਰਾ ਨਾ ਕਰਦਾ ਫਿਰੀ, ਤੇ ਭਰਮਾਂ ਵਹਿਮਾਂ ਵਿੱਚੋਂ ਨਿਕਲ ਕੇ ਚੱਲੀ ਗਿਆਨ ਦੁਆਰਾ ਜੀਵਨ, ਗਿਆਨ ਵਿੱਚ ਰਹਿ ਕੇ ਜੀਵਨ ਬਤੀਤ ਕਰ ਤਾਂ ਭਲਾ ਹੋਵੇਗਾ। ਨਹੀਂ ਹਨੇਰੇ ਦੇ ਵਿੱਚ ਤਾਂ ਗੁਰੂ ਪਿਆਰਿਓ ਸਮਝਣ ਲਈ ਸਤਿਪੁਰਸ਼ ਉਦਾਹਰਨਾਂ ਦਿੰਦੇ ਆ ਬਈ ਭਾਈ, ਜੇ ਪ੍ਰਕਾਸ਼ ਨਾ ਹੋਵੇ ਕਿ ਨਾ ਬਾਰੀ ਵੀ, ਸਾਡਾ ਮਹਿਲ ਵਿੱਚ ਅਸੀਂ ਭਾਵ ਆਪਣੇ ਮਕਾਨ ਵਿੱਚ ਰਹਿੰਦੇ ਹਾਂ, ਸਾਜੋ ਸਮਾਨ ਸਾਡਾ ਬੜਾ ਇਕੱਤਰ ਕੀਤਾ, ਸੁੱਖ ਸਹੂਲਤਾਂ ਬੜੀਆਂ ਭਾਵ ਕੇ ਬਣਾਈਆਂ ਨੇ, ਪਰ ਜੇ ਹਨੇਰਾ ਅੰਦਰ ਪ੍ਰਕਾਸ਼ ਨਹੀਂ, ਉਹ ਸੁੱਖ ਵੀ ਵਸਤਾਂ ਸਾਡੀਆਂ ਦੁੱਖ ਬਣ ਜਾਂਦੀਆਂ ਨੇ। ਹਨੇਰੇ ਵਿੱਚ ਠੇਡਾ ਲੱਗ ਗਿਆ, ਗਿੱਟਾ ਗੋਡਾ ਭਿੜ ਗਿਆ ਕਿਤੇ, ਭਾਵ ਕਿ ਏਦਾਂ ਦੁੱਖਦਾਈ। ਜਦੋਂ ਪ੍ਰਕਾਸ਼ ਹੀ ਨਹੀਂ, ਕਿੱਦਾਂ ਫਿਰਾ ਤੁਰਾਂਗੇ, ਜਿਉਂ ਫਿਰਾ ਤੁਰਾਂਗੇ, ਭਾਵ ਕਿ ਸੱਟ ਹੀ ਖਾਵਾਂਗੇ। ਕਾਸੇ ਵਿੱਚ ਲੱਗੇ, ਕਦੇ ਕਾਸੇ 'ਚ ਹੈ ਤਾਂ ਸਹੂਲਤਾਂ ਲਈ ਅੰਦਰ ਰੱਖਿਆ ਸਾਜੋ ਸਮਾਨ, ਪਰ ਹਨੇਰੇ ਕਾਰਨ ਕਰਕੇ ਠੇਡੇ ਖਾਂਦਾ, ਉਹਨਾਂ ਸੁੱਖਾਂ ਤੋਂ ਹੀ ਦੁੱਖ ਪੈਦਾ ਨੇ। ਤੇ ਜੇ ਕਿਤੇ ਅੰਦਰ ਪ੍ਰਕਾਸ਼ ਹੋਵੇ ਨਾ, ਲਾਈਟ ਚੱਲਦੀ ਹੈ, ਪ੍ਰਕਾਸ਼ ਕੀਤਾ ਹੋਇਆ, ਤੇ ਉਹ ਸਾਜੋ ਸਮਾਨ ਸਾਰਾ ਹੀ ਸੁਖਦਾਈ ਬਣ ਜਾਂਦਾ ਹੈ। ਫਿਰ ਵੇਖ ਕੇ ਵੀ ਬੰਦਾ ਪ੍ਰਕਾਸ਼ ਵਿੱਚ ਮਨ ਖੁਸ਼ ਹੁੰਦਾ ਵੀ ਇੰਨਾ ਕੁਝ ਮੇਰਾ ਤਿਆਰ ਕੀਤਾ ਪਿਆ, ਆ ਕੁਝ ਹੈ ਪ੍ਰਕਾਸ਼ ਵਿੱਚ ਹੈ ਜੀ। ਪਰ ਜੇ ਹਨੇਰੇ ਵਿੱਚ ਹੈ, ਫਿਰ ਉਹੀ ਕੁਝ ਸਾਡੇ ਲਈ ਦੁੱਖਦਾਈ ਹੈ। ਇਹੋ ਹੀ ਸਾਹਿਬ ਕਹਿੰਦੇ ਵੀ ਇਹ ਬੰਦਿਆ, ਬੜਾ ਕੁਝ ਤਾਂ ਬਣਾਇਆ, ਜੋੜਿਆ, ਬੜਾ ਕੁਛ ਕਰਿਆ, ਪਰ ਜੇ ਅੰਦਰ ਗਿਆਨ ਨਾ ਆਇਆ ਕਿ ਨਾ, ਤਾਂ ਸਾਰਾ ਕੁਝ ਇਕੱਠਾ ਕੀਤਾ ਹੋਇਆ ਦੁੱਖਦਾਈ ਹੈ, ਦੁੱਖਦਾਈ ਹੈ, ਪਛਤਾਵਾ ਹੋਵੇਗਾ, ਦੁੱਖਦਾਈ। ਜੇ ਕਿਤੇ ਅੰਦਰ ਪ੍ਰਕਾਸ਼ ਹੋ ਗਿਆ, ਗਿਆਨ ਹੋ ਗਿਆ, ਚਾਨਣ ਮਨਾਰਾ ਹੋ ਗਿਆ, ਤੇ ਫਿਰ ਸਾਰੀ ਖੁਸ਼ੀਆਂ ਖੇੜੇ ਨੇ, ਫਿਰ ਆਨੰਦਮਈ ਸਾਰਾ ਜੀਵਨ, ਫਿਰ ਰਹਿਮਤਾਂ ਨੇ। ਇਸ ਕਰਕੇ ਸਾਹਿਬ ਜੀ ਕਹਿੰਦੇ ਗਿਆਨ ਦੁਆਰਾ ਭਾਈ ਜੀਵਨ ਜਿਉ। ਤੇ ਗਿਆਨ ਉੱਦਾਂ ਤਾਂ ਬਹੁਤ ਹੈ ਸਾਨੂੰ, ਅਸੀਂ ਕਹਿੰਦੇ ਵੀ ਬੜਾ ਗਿਆਨ ਹੈ, ਪਰ ਜਿਹੜਾ ਅਸਲ ਸੱਚ ਦਾ ਗਿਆਨ ਹੈ ਭਾਈ, ਪ੍ਰਕਾਸ਼ਿਤ ਗਿਆਨ ਹੈ, ਉਹ ਗੁਰੂ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦਾ। ਇਸੇ ਕਰਕੇ ਸਾਹਿਬਾਂ ਨੇ ਬਤਨ ਕਰਕੇ ਸਾਨੂੰ ਸਮਝਾ ਦਿੱਤਾ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦੇ ਵੇਦ ਵਿਆਸੈ ਕੋਈ। ਪੁੱਛ ਲੋ, ਭਾਵੇਂ ਪੁੱਛਣ ਦਾ ਭਾਵ ਕੀ ਹੈ ਵੀ ਉਹਨਾਂ ਦਾ, ਨਾਰਦ ਜੀਆਂ ਦਾ, ਬ੍ਰਹਮਾ ਜੀਆਂ ਦਾ, ਵੇਦ ਵਿਆਸ ਜੀਆਂ ਦਾ ਇਤਿਹਾਸ ਪੜ੍ਹ ਲਓ ਇਹਨਾਂ ਦੇ, ਵੀ ਗੁਰੂ ਬਿਨਾਂ ਇਹਨਾਂ ਨੂੰ ਵੀ ਗਿਆਨ ਨਹੀਂ ਹੋਇਆ। ਭਾਵੇਂ ਦੁਨੀਆ ਪੂਜਦੀ ਹੈ, ਪੂਜਦੀ ਸੀ, ਗੁਰੂ ਤੋਂ ਬਿਨਾਂ ਗੱਲ ਨਹੀਂ ਬਣੀ। ਇਸੇ ਕਰਕੇ ਸਾਨੂੰ ਵੀ ਸਾਹਿਬਾ ਕਹਿੰਦੇ ਬੰਦਿਆ, ਜੇ ਅੰਦਰੂਨੀ ਪ੍ਰਕਾਸ਼ ਲੈਣਾ ਨਾ,
ਅੰਦਰ ਜਿੰਦ ਦਾ ਆਨੰਦ ਮਾਣਨਾ ਹੈ, ਖੁਸ਼ੀਆਂ ਖੇੜੇ ਲੈਣੇ ਆ ਤਾਂ ਗੁਰੂ ਸਾਹਿਬ ਤੋਂ ਗਿਆਨ ਲੈ। ਬਾਰੀ ਤਾਂ ਭਾਵੇਂ ਚੰਦਰਮਾ ਇੱਕ ਕੀ ਹੈ, ਸੂਰਜ ਇੱਕ ਕੀ ਹਜ਼ਾਰੇ ਇੱਥੇ ਆ ਜਾਣ, 100 ਆ ਜਾਣ ਤਾਂ ਵੀ ਗੱਲ ਨਹੀਂ ਬਣਨੀ, ਕਿਉਂਕਿ ਸਾਹਿਬ ਨੇ ਬਚਨ ਕਰ ਦਿੱਤਾ ਹੈ। ਸਾਹਿਬਾ ਕਹਿੰਦਾ ਜੇ 100 ਚੰਦਾ ਉਗਵੈ, ਸੂਰਜ ਚੜੇ 1000, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸਾਹਿਬ ਕਹਿੰਦੇ ਗੁਰੂ ਤੋਂ ਬਿਨਾਂ ਘੋਰ ਅੰਧਾਰ ਹੈ। ਇਸ ਕਰਕੇ ਜਦੋਂ ਪ੍ਰਕਾਸ਼ ਹੁੰਦਾ ਹੈ ਅੰਦਰ ਤਾਂ ਫਿਰ ਗੱਲ ਬਣਦੀ ਹੈ। ਤੇ ਸਾਹਿਬਾਂ ਨੇ ਸਾਨੂੰ ਸਮਝਾਇਆ ਹੈ ਵੀ ਆ ਭਾਈ ਅੰਦਰ ਪ੍ਰਕਾਸ਼ ਕਰ, ਇਹ ਸਮਝਣਾ ਕਰ ਵੀ ਜੋ ਕੁਝ ਮਿਲਿਆ ਇਹ ਮਾਲਿਕ ਨੇ ਦਿੱਤਾ। ਉਸ ਵਾਹਿਗੁਰੂ ਦੀਆਂ ਰਹਿਮਤਾਂ ਨਹੀਂ, ਉਹਦੇ ਸ਼ੁਕਰ ਗੁਜ਼ਾਰ ਰਹੀਏ। ਤੇ ਸਭ ਆਰੰਭਤਾ ਵਿੱਚ ਕਿਰਪਾ ਕਰਦੇ ਨੇ ਵੀ ਜਿਸ ਕੀ ਤਿਸ ਕੀ ਕਰ ਮਾਣ, ਵੀ ਜਿਹਨੇ ਵਸਤੂ ਦਿੱਤੀ ਹੈ ਮੇਰੇ ਵਾਹਿਗੁਰੂ ਨੇ, ਚਾਹੇ ਸਰੀਰ ਚਾਹੇ ਆ ਦੇਹ, ਕਿਉਂਕਿ ਦੇਹ ਪਹਿਲਾਂ ਬਾਕੀ ਤਾਂ ਸਭ ਕੁਝ ਬਾਅਦ ਵਿੱਚ ਹੈ। ਬਈ ਜਿਹਨੇ ਮੇਰੇ ਮਾਲਕ ਨੇ ਆ ਕਿਰਪਾ ਕੀਤੀ ਹੈ ਉਹਦੀ ਵਸਤੂ ਨੂੰ ਮੰਨਣਾ ਕਰ, ਵੀ ਉਹਨੇ ਇਹ ਰਹਿਮਤ ਕੀਤੀ ਹੈ। ਸਤਿਗੁਰੂ ਜੀ ਆਰੰਭਤਾ ਤੋਂ ਕਿਰਪਾ ਕਰ ਰਹੇ ਨੇ। ਆਓ ਆਪਾਂ ਆਰੰਭਤਾ ਤੋਂ ਸਮਝਣ ਦੀ ਕੋਸ਼ਿਸ਼ ਕਰੀਏ ਜੀ। ਜਿਸ ਕੇ ਤਿਸ ਕੀ ਕਰ ਮਾਨ, ਆਪਨ ਲਾਹੇ ਗੁਮਾਨ, ਜਿਸ ਕਾ ਤੂੰ ਤਿਸ ਕਾ ਸਭ ਕੋਏ, ਤਿਸਾ ਆਰਾਧ ਸਦਾ ਸੁਖ ਹੋਏ। ਸਾਹਿਬ ਕਹਿੰਦੇ ਜਿਸ ਕੀ ਤਿਸ ਕੀ ਮਨ ਮਾਨ, ਜਿਸ ਕੀ ਵਸਤੂ ਹੈ, ਭਾਵ ਕੇ ਜਿਸ ਮੇਰੇ ਮਾਲਕ ਨੇ ਆ ਵਸਤਾਂ ਦਿੱਤੀਆਂ, ਸਰੀਰ ਦਿੱਤਾ, ਆ ਇੰਦਰੇ ਦਿੱਤੇ ਨੇ ਸਾਨੂੰ, ਮਤ ਬੁੱਧ ਦਿੱਤੀ ਹੈ, ਭਾਵ ਕੇ ਸਭ ਕੁਝ ਉਸ ਮਾਲਕ ਨੇ ਦਿੱਤਾ ਹੋਇਆ ਤੇ ਉਹਦਾ ਮੰਨ ਕੇ ਚੱਲ ਭਾਈ। ਇਹ ਗੁਰੂ ਪਿਆਰਿਆ ਵੀ ਉਸ ਮਾਲਕ ਦਾ ਮੰਨ ਕੇ ਚੱਲ ਤੇ ਉਸ ਵਾਹਿਗੁਰੂ ਦਾ ਸ਼ੁਕਰ ਕਰਿਆ ਕਰ। ਖਾਣ ਪਾਣ ਲੱਗਿਆ ਸ਼ੁਕਰ ਕਰ ਲਿਆ ਵੀ ਮਾਲਕ ਤੇਰਾ ਹੀ ਦਿੱਤਾ ਖਾ ਰਹੇ ਆ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾ ਬਣਾ, ਇਹ ਕਹਿ ਲਿਆ ਕਰ। ਜੋ ਮਾਲਕ ਨੇ ਬਚਨ ਕੀਤੇ ਸਾਡੀ ਸਮਝ ਲਈ ਵੀ ਤੂੰ ਦਿੱਤਾ ਹੈ, ਤੂੰ ਦਾਤਾਂ ਦੇਣ ਵਾਲਾ ਤੇ ਤੇਰਾ ਦਿੱਤਾ ਅਸੀਂ ਛਕ ਰਹੇ ਹਾਂ। ਮਾਲਕ ਨੇ ਬਚਨ ਕੀਤਿਆ ਜੈ ਪ੍ਰਸਾਦ ਸਤੀ ਭੋਜਨ ਖਾਏ, ਤਿਸ ਠਾਕੁਰ ਕੋ ਰੱਖ ਮਨ ਮਾਹੀ। ਆਖਿਆ ਕਰ ਵੀ ਜਿਹਦੀ ਕਿਰਪਾ ਦੇ ਨਾਲ ਭਾਈ ਸੋਹਣੇ ਮਹਿਲ ਵਿੱਚ ਵੜਨ ਲੱਗਿਆ ਜਾਂ ਬੈਠਿਆ ਹੈ ਜਾਂ ਪਲੰਘਾਂ ਤੇ ਲੇਟਣ ਲੱਗਿਆ, ਭਲਿਆ ਕਹਿ ਦਿਆ ਕਰ ਮੇਰੇ ਵਾਹਿਗੁਰੂ ਜੀ ਬਚਨ ਜੋ ਸਾਹਿਬਾਂ ਨੇ ਕੀਤੇ ਆ, ਜੈ ਪ੍ਰਸਾਦ ਬਸੈ ਸੁਖ ਮੰਦਰ, ਦਿਸੈ ਧਿਆਏ ਸਦਾ ਮਨ ਅੰਦਰ, ਅੰਦਰ ਧਿਆ ਲਿਆ ਕਰ। ਜਿਹਦੀ ਕਿਰਪਾ ਨਾਲ ਕਰੇ ਸੁਗੰਧੀਆਂ ਅਤਰ ਫਲੇਬ ਲਾਉਣਾ ਸਰੀਰ ਦੇ ਉੱਪਰ, ਇਹ ਬਚਨ ਯਾਦ ਕਰਿਆ ਕਰ। ਜੈ ਪ੍ਰਸਾਦ ਸੁਗੰਧਤ ਤਨ ਲਾਭੈ, ਤਿਸ ਕੋ ਸਿਮਰਤ ਪਰਮ ਗਤ ਪਾਵੈ। ਭਾਵ ਕੇ ਵੀ ਮਾਲਕ ਨੇ ਸਾਨੂੰ ਸਮਝਾਇਆ ਵੀ ਜਿਹਦੀ ਕਿਰਪਾ ਨਾਲ ਭਾਈ ਆ ਕੁਝ ਕਰ ਰਿਹਾ ਵਰਤ ਰਿਹਾ ਤੇ ਉਹਨੂੰ ਧਿਆਇਆ ਕਰ, ਧਿਆਨ ਵਿੱਚ ਰੱਖਿਆ ਕਰ। ਰੋਹ ਵਿਚਾਰ ਅੱਗੇ ਸਾਹਿਬਾ ਕਿਰਪਾ ਕਰਦੇ ਨੇ ਵੀ ਜਿਸ ਕੀ ਤਿਸ ਕੀ ਕਰ ਮਾਨ, ਆਪਣ ਲਾਹੇ ਗੁਮਾਨ। ਆਪਣਾ ਗੁਮਾਨ ਛੱਡ ਦੇ, ਆਪਣਾ ਗੁਮਾਨ ਤਿਆਗ ਦੇ, ਵੀ ਮਾਣ ਨਾ ਕਿਸੇ ਗੱਲ ਦਾ ਕਰੀ। ਮਾਣ ਜੇ ਕਰਨਾ ਵੀ ਹੈ ਤੇ ਆਪਣੇ ਸਾਹਿਬ ਤੇ ਕਰ। ਜੋ ਮਾਲਕ ਨੇ ਆਖਣਾ ਕੀਤਾ ਹੈ, ਮਾਣ ਕਰੂੰ ਤੁਧ ਉਪਾਰੇ ਮੇਰੇ ਪ੍ਰੀਤਮ ਪਿਆਰੇ। ਹਮ ਅਪਰਾਧੀ ਸਦ ਭੂਲ ਤੇ ਤੂੰ ਬਖਸ਼ਣ ਹਾਰੇ। ਵੀ ਕਿਤੇ ਭੁੱਲ ਵੀ ਹੋ ਗਈ ਕਿ ਨਾ, ਮਾਲਕ ਨੂੰ ਯਾਦ ਨਹੀਂ ਕੀਤਾ ਤੇ ਕਹਿ ਦੇ ਵੀ ਸੱਚੇ ਪਾਤਸ਼ਾਹ ਮਾਣ ਤਾਂ ਸਾਨੂੰ ਤੇਰਾ ਹੀ ਹੈ, ਬਖਸ਼ਿਸ਼ਾਂ ਤੇਰੀਆਂ ਹੀ ਨੇ, ਪਰ ਅਸੀਂ ਭੁੱਲ ਗਏ ਸਾਂ, ਅਸੀਂ ਅਪਰਾਧੀਆਂ ਸੱਚੇ ਪਾਤਸ਼ਾਹ, ਅਸੀਂ ਭੁੱਲ ਜਾਂਦੇ ਹਾਂ, ਤੂੰ ਬਖਸ਼ਣਹਾਰਾ ਹੈ। ਕਿਤੇ ਭੁੱਲ ਵੀ ਹੋ ਗਈ ਨਾ, ਯਾਦ ਆ ਗਿਆ ਵੀ ਭੁੱਲ ਗਿਆ ਭਾਈ ਆ ਤਾਂ ਕੁਝ ਕਰਨ ਲੱਗਿਆ ਮੈਂ, ਮਾਲਕ ਯਾਦ ਹੀ ਨਹੀਂ ਕੀਤਾ। ਤੇ ਫਿਰ ਵੀ ਸਾਹਿਬ ਅੱਗੇ ਅਰਜ਼ ਕਰ ਵੀ ਸੱਚੇ ਪਾਤਸ਼ਾਹ ਅਸੀਂ ਅਪਰਾਧੀ ਹਾਂ, ਭੁੱਲਣਹਾਰਾਂ, ਤੂੰ ਬਖਸ਼ਣਹਾਰਾ, ਬਖਸ਼ ਲੈ। ਕਿਰਪਾ ਕਰ ਅਗਾਂਹ ਵਾਸਤੇ ਯਾਦਾਸ਼ਤ ਬਣੀ ਰਹੇ, ਤੈਨੂੰ ਧਿਆਉਂਦੇ ਰਹੀਏ, ਧਿਆਨ ਵਿੱਚ ਰੱਖੀਏ ਵੀ ਮਾਣ ਕਰਨਾ ਤੇ ਆਪਣੇ ਵਾਹਿਗੁਰੂ ਉੱਪਰ ਕਰਨਾ, ਆਪਣੇ ਸਾਹਿਬਾਂ ਦੇ ਉੱਪਰ ਕਰਨਾ। ਤੇ ਇਸ ਕਰਕੇ ਸਾਹਿਬਾਂ ਨੇ ਰਹਿਮਤ ਕੀਤੀ ਹੈ, ਆਪਣ ਲਾਹੇ ਗੁਮਾਨ, ਜਿਸ ਕਾ ਤੂੰ ਤਿਸ ਕਾ ਸਭ ਕੋਏ। ਵੀ ਹੈ ਭਾਈ ਜਿਹਦਾ ਤੂੰ ਬਣਾਇਆ ਹੋਇਆ, ਜਿਹਦਾ ਇਹ ਵੀ ਕਹਿ ਲਈ ਆਪਾਂ ਤੂੰ ਬਣਿਆ ਹੋਇਆ, ਸਾਰੇ ਉਹਦੇ ਹੀ ਨੇ। ਯੋਮ ਨਾ ਕਿਤੇ ਸਮਝੀ, ਬੜੀ ਵਾਰ ਮਾਣ ਆ ਜਾਂਦਾ ਸਾਡੇ ਅੰਦਰ
ਅਸੀਂ ਕਾਬਜੀ ਹੋ ਜਾਂਦੇ ਵੀ ਇਹ ਤਾਂ ਮੇਰਾ ਹੀ ਹੈ, ਮੈਂ ਹੀ ਚਲਾ ਰਿਹਾ। ਵੀ ਜਾ ਕੇ ਕਹਿ ਲਈ ਅਸੀਂ ਕਹਿੰਦੇ ਆ ਵੀ ਅਸੀਂ ਰੱਬ ਨਾਲ ਜੁੜੇ ਹੋਏ ਆ, ਭਾਈ ਰੱਬ ਤਾਂ ਸਾਡਾ ਹੀ ਹੈ, ਤੁਸੀਂ ਤਾਂ ਉਦਾਂ ਹੀ ਫਿਰਦੇ ਹੋ। ਇਹ ਨਾ ਹੋਵੇ ਮਨ ਵਿੱਚ, ਭਾਵ ਕਿ ਇਹ ਸਮਝ ਵੀ ਜਿਹਦਾ ਤੂੰ ਹੈ ਭਾਈ, ਉਹਦੇ ਸਾਰੀ ਉਹਦੇ ਹੀ ਨੇ, ਭਾਵ ਕਿ ਆਪਾਂ ਸਾਰੇ ਉਹਦੇ ਹੀ ਹਾਂ, ਉਹਦੇ ਅਕਾਲ ਪੁਰਖ ਵਾਹਿਗੁਰੂ ਦੇ ਹੀ ਹਾਂ ਸਾਰੇ। ਬਾਲਕ ਨੇ ਬਚਨ ਵੀ ਕੀਤਾ ਹੈ, ਸੁਣੋ ਬਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ। ਵੀ ਆ ਮੇਰਾ ਮਾਲਕਾ ਸਾਡੀ ਬੇਨਤੀ ਸੁਣ, ਵੀ ਸਾਰੇ ਜੀ ਜੰਤ ਤੇਰੇ ਆਸਰੀ ਨੇ, ਕੱਲੇ ਸਾਨੂੰ ਹੀ ਨਹੀਂ ਆਸਰਾ, ਸਾਰੇ ਜੀਆਂ ਜਨਤਾਂ ਨੂੰ ਵਾਹਿਗੁਰੂ ਤੇਰਾ ਹੀ ਆਸਰਾ ਹੈ। ਜੀ ਜੰਤ ਤੇਰੇ ਧਾਰੇ, ਕਿੰਨੇ ਬਚਨ ਨੇ? ਪ੍ਰਭ ਡੋਰੀ ਹੱਥ ਤੁਮਾਰੇ, ਸਾਰਿਆਂ ਦੀ ਡੋਰ ਤੇਰੇ ਹੱਥ ਵਿੱਚ ਆ, ਤੇਰੇ ਟਿਕਾਏ ਹੋਏ ਨੇ, ਤੇਰੇ ਆਸਰੇ ਤੇ ਨੇ ਸਾਰੇ। ਜਿਸ ਕਾ ਤੂੰ ਇਹ ਮੰਨ ਲੈ ਮਨਾ, ਵੀ ਜਿਹਦਾ ਤੂੰ ਹੈ ਭਾਈ, ਤੈਨੂੰ ਜਿਹਨੇ ਬਣਾਇਆ, ਜਿਹਦੇ ਆਸਰੇ ਤੂੰ ਚੱਲ ਰਿਹਾ, ਤਿਸ ਕਾ ਸਭ ਕੋਇ, ਤਿਸ ਕਾ ਸਭ ਕੋਇ, ਉਹ ਸਾਰਿਆਂ ਦਾ ਹੀ ਹੈ, ਸਾਰੇ ਉਹਦੇ ਹੀ ਨੇ। ਇਸੇ ਕਰਕੇ ਤਿਸੈ ਅਰਾਧ ਸਦਾ ਸੁਖ ਹੋਏ, ਉਹਨੂੰ ਅਰਾਧਿਆ ਕਰ ਐ ਮਨ ਮੇਰਿਆ, ਸਦੀਵੀ ਸੁਖ ਪਾਵੇਂਗਾ, ਸਦਾ ਦਾ ਸੁਖ ਬਣ ਜਾਏਗਾ। ਉੱਦਾਂ ਹਰ ਇੱਕ ਜੀਵ ਕਹਿੰਦਾ ਵੀ ਮੈਨੂੰ ਸੁੱਖ ਮਿਲ ਜਾਣਾ, ਆਪਾਂ ਸਾਰੇ ਸੁੱਖਾਂ ਦੀਆਂ ਅਰਦਾਸਾਂ ਕਰਦੇ ਆ। ਕੋਈ ਨਹੀਂ ਅੱਜ ਤੱਕ ਸੁਣਿਆ ਵੀ ਕੋਈ ਕਹਿੰਦਾ ਹੋਵੇ ਵੀ ਮੈਨੂੰ ਦੁੱਖ ਦਈ। ਇੱਕ ਕਿਹਾ ਜਾਂਦਾ ਵੀ ਪਾਂਡਵਾਂ ਦੀ ਮਾਤਾ ਨੇ ਕਹਿੰਦੇ ਮੰਗਿਆ ਸੀ ਵੀ ਦੁੱਖ ਦੇ ਦੀ, ਪਰ ਇਤਿਹਾਸ ਵਿੱਚੋਂ ਕਿਤੇ ਨਹੀਂ ਇਹ ਪੜ੍ਹਦੇ ਵੀ ਕਿਸੇ ਜੀਵ ਨੇ ਅੱਜ ਤੱਕ ਇੱਥੇ ਆ ਕੇ ਸੰਸਾਰ ਤੇ ਜਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪਣੇ ਇਸ਼ਟ ਅੱਗੇ ਕਿਹਾ ਹੋਵੇ ਵੀ ਮਾਲਕ ਸਾਨੂੰ ਦੁੱਖ ਬਖਸ਼ੀ। ਕੋਈ ਨਹੀਂ ਕਹਿੰਦਾ। ਸੁੱਖ ਸਾਰੇ ਮੰਗਦੇ ਆ, ਪਰ ਦੁੱਖ ਫੇਰ ਆਈ ਜਾਂਦੇ ਆ। ਕਿਉਂ ਆਉਂਦੇ ਆ? ਕਿਉਂਕਿ ਕਾਰਨ ਸਾਡੇ ਦੁੱਖਾਂ ਦੇ ਬਣ ਰਹੇ ਨੇ, ਕੰਮ ਕਾਜ ਅਸੀਂ ਦੁੱਖਾਂ ਵਾਲੇ ਕਰਦੇ ਹਾਂ। ਇਸੇ ਕਰਕੇ ਭਾਵ ਕੇ ਦੁੱਖ ਆਈ ਜਾ ਰਹੇ ਨੇ, ਸੁੱਖਾਂ ਦੀ ਖਾਤਰ ਦੁੱਖ ਬਹੁਤ ਕੱਟਦੇ ਫਿਰਦੇ ਆ, ਪਰ ਸੁੱਖ ਫੇਰ ਨਹੀਂ ਆ ਰਹੇ। ਮਾਲਿਕ ਨੇ ਆਖਣਾ ਕੀਤਾ ਸਾਨੂੰ ਸਮਝਾਵਣ ਲਈ, ਬੜੀ ਵਾਰੇ ਬਚਨ ਪੜਿਆ ਸਾਹਿਬਾਂ ਦੇ, ਸੁੱਖ ਕੇ ਹੇਤ ਬਹੁਤ ਦੁੱਖ ਪਾਵੈ। ਵੀ ਸੁੱਖ ਲੈਣ ਲਈ, ਸੁੱਖ ਦੇ ਪਿਆਰ ਵਿੱਚ ਸਭ ਕਹਿੰਦੇ ਬੰਦਾ ਬੜੇ ਦੁੱਖ ਪਾਉਂਦਾ। ਅਗਲਾ ਕਹਿੰਦਾ ਵੀ ਸਾਨੂੰ ਆਹ ਸੁੱਖ ਮਿਲ ਜੇ, ਆਹ ਕੁਝ ਮਿਲ ਜੇ, ਕੁਝ ਵੀ ਕਰਨ ਨੂੰ ਤਿਆਰ ਆ। ਗੁਰੂ ਪਿਆਰਿਓ ਡੱਬੇ ਵਕੰਡੀ ਬੜਾ ਕੁਝ ਸਾਨੂੰ ਕਹਿਣ ਦਿਆ, ਲੈ ਤੇਰਾ ਆਹ ਕੰਮ ਹੋ ਜੂ, ਆਹ ਕੁਝ ਕਰਦੀ, ਪਤਾ ਨਹੀਂ ਕੀ ਕੀ ਕੁਝ ਕਰਾਉਂਦੀ ਆ, ਪਤਾ ਨਹੀਂ ਕੀ ਕੀ। ਗੁਰੂ ਪਿਆਰਿਓ ਸਾਨੂੰ ਗੁਰੂ ਕੇ ਕਾਇਦੇ ਕਾਨੂੰਨਾਂ ਵਿੱਚੋਂ ਬਾਹਰ ਕਰ ਦਿੰਦੇ ਆ, ਕਿੱਦਾਂ ਕਿੱਦਾਂ ਦੇ ਅਸੀਂ ਕਰਮ ਕਰਦੇ ਵੀ ਫਿਰਦੇ ਆ, ਪਰ ਫੇਰ ਵੀ ਸਾਹਿਬ ਕਹਿੰਦੇ ਆ ਸੁੱਖ ਨਹੀਂ ਮਿਲਦਾ। ਸੁੱਖ ਕੇ ਹੇਤ ਬਹੁਤ ਦੁੱਖ ਪਾਵ। ਸਾਹਿਬ ਕਹਿੰਦੇ ਸੇਵ ਕਰਤ ਜਨ ਜਨ ਕੀ, ਕਹਿੰਦੇ ਜੜੇ ਕਣੇ ਦੀ ਸੇਵਾ ਕਰਦਾ ਫਿਰਦਾ, ਕਾਹਦੀ ਖਾਤਰ? ਸੁੱਖਾਂ ਦੀ ਖਾਤਰ। ਦੁਆਰੇ ਦੁਆਰ ਸਵਾਨ ਜੋ ਭਰਮਤ ਸੁਧ ਨ ਰਾਮ ਭਜਨ ਕੀ। ਸਾਹਿਬ ਜੀ ਕਹਿੰਦੇ ਆ ਬਈ ਭਾਈ ਭਰਮਦਾ ਫਿਰਦਾ, ਦਰ ਦਰ ਤੇ ਭਟਕਦਾ ਫਿਰਦਾ, ਇਹਨੂੰ ਸੋਝੀ ਨਹੀਂ ਆਈ ਰਾਮ ਭਜਨ ਦੀ। ਬਈ ਆ ਬੰਦਿਆ ਰੱਬ ਦਾ ਨਾਮ ਲੈ ਲੈ, ਪ੍ਰਮਾਤਮਾ ਦੇ ਨਾਮ ਵਿੱਚ ਸੁੱਖ ਨੇ, ਇੱਥੋਂ ਸੁੱਖ ਮਿਲਣੇ ਆ ਜੇ ਸੱਚ ਨਾਮ ਨੂੰ ਸਮਝੇਗਾ। ਸਾਹਿਬ ਜੀ ਨੇ ਕਹਿ ਦਿੱਤਾ ਹੈ ਭਾਈ ਸਰਬ ਸੁਖ ਕੋ ਔਖਦ ਨਾਮ। ਸਰਬ ਸੁਖ ਭਾਵ ਕਿ ਸਾਰੇ ਸੁੱਖਾਂ ਦਾ ਖਜ਼ਾਨਾ ਕੀ ਹੈ? ਪ੍ਰਮਾਤਮਾ ਦਾ ਨਾਮ ਹੈ। ਸੁਖ ਨਿਧਾਨ ਅੰਮ੍ਰਿਤ ਪ੍ਰਭ ਨਾਮ। ਸਾਹਿਬ ਕਹਿੰਦੇ ਸੁੱਖਾਂ ਦਾ ਖਜ਼ਾਨਾ ਹੀ ਅੰਮ੍ਰਿਤ ਰੂਪੀ ਪ੍ਰਭੂ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਹੈ। ਜਿਹਨੇ ਇਸ ਨਾਮ ਨੂੰ ਸਮਝ ਲਿਆ, ਜਿਹਨੇ ਇਸ ਨਾਮ ਨੂੰ ਹਿਰਦੇ ਵਿੱਚ ਟਿਕਾ ਲਿਆ, ਜਿਹਨੇ ਇਸ ਨਾਮ ਨੂੰ ਦਵਾਈ ਸਮਝ ਕੇ ਲੈ ਲਿਆ, ਕਿਉਂਕਿ ਸਾਹਿਬ ਨੇ ਕਹਿਤਾ ਸਰਬ ਰੋਗ ਕਾ ਔਖਦ ਨਾਮ। ਸਾਹਿਬ ਕਹਿੰਦੇ ਭਾਈ ਸਾਰੇ ਰੋਗਾਂ ਦੀ ਦਵਾਈ ਹੈ ਜਿਹੜੀ ਪ੍ਰਮਾਤਮਾ ਦਾ ਨਾਮ ਹੈ। ਇਸ ਨਾਮ ਨੂੰ ਅਸੀਂ ਦਵਾਈ ਜਾਣ ਕੇ ਹਿਰਦੇ ਵਿੱਚ ਲੈ ਲਈਏ ਤੇ ਸਾਰੇ ਦੁੱਖ ਖਤਮ ਹੋ ਸਕਦੇ ਆ। ਇਸੇ ਕਰਕੇ ਸਾਹਿਬ ਨੇ ਇਹ ਕਿਰਪਾ ਕੀਤੀ, ਸਾਨੂੰ ਸਮਝਾ ਵੀ ਤਿਸੈ ਅਰਾਧ ਸਦਾ ਸੁਖ ਹੋਏ, ਉਹਦੀ ਅਰਾਧਨਾ ਕਰ। ਸਾਹਿਬ ਕਹਿੰਦੇ ਕਾਹੇ ਭਰਮ ਭਰਮੈ ਬੇਗਾਨੇ। ਇਹ ਬੇਗਿਆਨਿਆ ਸਾਹਿਬ ਕਹਿੰਦੇ ਜੀਵ ਤੂੰ ਕਿਉਂ ਭਰਮਾਂ ਵਿੱਚ ਭਟਕਦਾ ਫਿਰਦਾ? ਸੁੱਖ ਲੈਣ ਲਈ ਕਿਉਂ ਦਰ ਦਰ ਤੇ ਭਟਕਦਾ ਫਿਰਦਾ? ਦੁਆਰੇ ਦੁਆਰ ਸਵਾਨ ਜੋ ਭਰਮਤ। ਸਾਹਿਬ ਕਹਿੰਦੇ ਸਵਾਨ ਵਾਂਗ ਕਿਉਂ ਭਰਮਦਾ ਫਿਰਦਾ ਹੈ? ਸੋਝੀ ਲੈ ਲੈ ਮਾਲਿਕ ਦੇ ਕੋਲੋਂ ਰਾਮ ਭਜਨ ਦੀ। ਕਾਹਿਓ ਭਰਮ ਦਾ? ਸਾਹਿਬ ਕਹਿੰਦੇ ਕਾਹੇ ਭਰਮ ਭਰਮੇ ਬੇਗਾਨੇ, ਨਾਮ ਬਿਨਾ ਕਿਸ ਕੰਮ ਨਾ ਆਵੇ। ਨਾਮ ਤੋਂ ਬਿਨਾ ਕੁਛ ਕੰਮ ਨਹੀਂ ਆਉਣਾ, ਕਿਸੇ ਨੇ ਸੁੱਖ ਨਹੀਂ ਦੇਣਾ ਨਾਮ ਤੋਂ ਬਿਨਾ, ਸੱਚ ਤੋਂ ਬਿਨਾ ਕੋਈ ਸੁੱਖ ਨਹੀਂ ਬਣਨਾ।
ਇਸੇ ਕਰਕੇ ਸਾਹਿਬ ਕਹਿੰਦੇ ਹੈ ਮੇਰਾ ਮੇਰਾ ਕਰ ਬਹੁਤ ਪਛਤਾਨੇ। ਮੇਰੀ ਮੇਰੀ ਕਰਨ ਵਾਲੇ, ਮੈਂ ਮੇਰੀ ਹੰਗਤਾ ਵਿੱਚ ਰਹਿਣ ਵਾਲੇ ਬੜੇ ਪਛਤਾਉਂਦੇ ਵੇਖੇ ਆ, ਪਛਤਾਵੇ ਕਰਦੇ ਵੇਖਦੇ ਆ ਦੁਨੀਆ ਦੇ ਵਿੱਚ। ਸਾਹਿਬ ਕਹਿੰਦੇ ਨੇ ਬਈ ਬੜਾ ਸਮਝਾਇਆ ਭਾਈ, ਨਾਮ ਨਾਲ ਜੁੜੋ। ਵੇਦਾਂ ਨੇ ਵੀ ਗਿਆਨ ਦਿੱਤਾ, ਕਿਤਾਬਾਂ ਨੇ ਵੀ ਗਿਆਨ ਦਿੱਤਾ, ਹੋਰ ਪ੍ਰਾਣ ਨੇ ਵੀ, ਕੁਰਾਨਾਂ ਨੇ ਵੀ, ਸਿਮਰਤੀਆਂ ਦੇ ਭਾਵ ਕੇ ਸਭ ਇਹੀ ਗੱਲ ਕਹਿੰਦੇ ਆ ਵੀ ਬੰਦਿਆ ਸੱਚ ਨਾਮ ਨੂੰ ਸਮਝ ਲਾ, ਇਹ ਤੋਂ ਬਿਨਾਂ ਕੁਛ ਨਹੀਂ ਹੈ। ਕਿਉਂਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸੀਆਂ ਕਹਿ ਦਿੱਤਾ। ਬਈ ਭਾਈ ਸਾਰੀ ਇਹੀ ਪੁਕਾਰ ਜਾ, ਇਹੀ ਗੱਲ ਕਹਿ ਰਹੇ ਨੇ ਵੀ ਨਾਮ ਤੋਂ ਬਿਨਾ ਕੁਛ ਨਹੀਂ ਹੈ ਭਾਈ, ਨਾਮ ਨਾਲ ਜੁੜ ਜਾਏ। ਪਰ ਇਹ ਨਾਮ ਨੂੰ ਛੱਡ ਕੇ ਕਹਿੰਦਾ ਨਾਮ ਨਾਲ ਕੀ ਬਣਨਾ, ਵੀ ਸੱਚ ਨਾਲ ਤਾਂ ਕਹਿੰਦਾ ਜੀਵਨ ਹੀ ਨਹੀਂ ਚੱਲਦਾ, ਸਾਡੇ ਕੰਮ ਹੀ ਨਹੀਂ ਚੱਲਦੇ। ਇਹੋ ਜਿਹੇ ਕਰਮ ਕਰਕੇ ਬੜਾ ਕੁਛ ਬੰਦਾ ਤਿਆਰ ਤਾਂ ਕਰ ਲੈਂਦਾ ਹੈ, ਬੜੇ ਭੰਡਾਰੇ ਤਾਂ ਆਪਣੇ ਦੁਨਿਆਵੀ ਵਸਤੂਆਂ ਦੇ ਭਰ ਲੈਂਦਾ ਹੈ, ਪਰ ਬਾਅਦ ਵਿੱਚ ਜਾ ਕੇ ਜਦੋਂ ਕੰਮ ਨਹੀਂ ਆਉਂਦੀ ਹੈ, ਗੁਰੂ ਪਿਆਰਿਓ ਬਰਤਨ ਹੋਰ ਲੱਗ ਜਾਂਦੇ ਆ ਕੇ, ਤੇ ਫਿਰ ਆਉਂ ਕੇ ਲੈਂਦਾ ਪਛਤਾਉਂਦਾ, ਤੇ ਫਿਰ ਅਰਜ਼ਾਂ ਵੀ ਬੜੇ ਕਰਦਿਆ, ਮਾਲਕਾ ਹੁਣ ਸਮਾਂ ਦੇ ਦੇ, ਕਿਰਪਾ ਕਰ ਤੇਰਾ ਨਾਮ ਜਪ ਲਈਏ, ਆ ਤਾਂ ਹੁਣ ਕੁਛ ਕੰਮ ਨਹੀਂ ਆਉਂਦਾ, ਮੇਰੇ ਰਹਿਮਤ ਕਰ ਸੱਚੇ ਪਾਤਸ਼ਾਹ ਤੰਦਰੁਸਤੀਆਂ ਦੇ। ਤੇ ਫਿਰ ਬਾਬਾ ਜੀ ਬਚਨ ਕਰਦੇ ਆ, ਕਹਿ ਰਹੇ ਨੇ ਵੀ ਇਹ ਬੰਦਿਆ ਮੂਰਖਾ, ਤੈਨੂੰ ਪਹਿਲਾਂ ਕਿੰਨਾ ਸਮਝਾਇਆ ਬਾਣੀ ਦੁਆਰਾ, ਜਵਾਨੀ ਬਾਲਪਨ ਇਉਂ ਹੀ ਨਿਘਾ ਦਿੱਤਾ, ਬੁਢੇਪੇ ਵਿੱਚ ਵੀ ਨਹੀਂ ਸਮਝਿਆ, ਅੱਜ ਸਰੀਰ ਤੋਂ ਅਸਮਰੱਥ ਹੋ ਗਿਆ, ਭਾਵ ਸਮਰੱਥਾ ਨਹੀਂ ਰਹੀ ਅੰਦਰ, ਤੇ ਅੱਜ ਹੁਣ ਭਾਲਦਾ ਹੈ ਵੀ ਮੈਨੂੰ ਤੰਦਰੁਸਤੀਆਂ ਮਿਲਣ, ਹੁਣ ਮੈਂ ਬੈਠਣ ਜੋਗਾ ਹੋ ਜਾ, ਹੁਣ ਪ੍ਰਮਾਤਮਾ ਦਾ ਨਾਮ ਜਪਾਂ। ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਦੇ, ਆਪਾਂ ਸਰਵਣ ਕਰਦੇ ਆ ਭੋਗਾਂ ਦੇ ਸ਼ਲੋਕਾਂ ਦੇ ਵਿੱਚ। ਸਾਹਿਬ ਕਹਿੰਦੇ ਆ ਕਰਨਾ ਹੁਤੋ ਸੋ ਨਾ ਕੀਓ, ਜਿਹੜਾ ਕੁਝ ਕਰਨਾ ਸੀ ਉਹ ਤਾਂ ਕੀਤਾ ਨਹੀਂ, ਪਰ ਉਹ ਲੋਭ ਕੈ ਫੰਦ, ਕਹਿੰਦੇ ਲੋਭ ਦੀਆਂ ਫਾਹੀਆਂ ਵਿੱਚ ਫਸਿਆ ਰਿਹਾ ਪਹਿਲਾਂ ਤਾਂ। ਸਭ ਕਹਿੰਦੇ ਅੱਜ ਸਮਾਂ ਲੰਘ ਗਿਆ ਤੇ ਹੁਣ ਕਹਿੰਦਾ ਮੈਂ ਵਾਹਿਗੁਰੂ ਵਾਹਿਗੁਰੂ ਜਪਣਾ। ਸਾਹਿਬ ਕਹਿੰਦੇ ਆ ਨਾਨਕ ਸਮਿਓ ਰਮ ਗਇਓ, ਸਾਹਿਬਾ ਕਹਿੰਦੇ ਸਮਾਂ ਤਾਂ ਰਮਤਾ ਹੋ ਗਿਆ, ਲੰਘ ਗਿਆ, ਅਬ ਕਿਉਂ ਰੋਬਤ ਅੰਧ, ਕਹਿੰਦੇ ਹੁਣ ਕਿਉਂ ਰੋਣਾ, ਹੁਣ ਕੀਤਾ ਭੋਗ ਲੈ ਭਾਈ, ਹੁਣ ਕੀਤੇ ਕਰਮਾਂ ਦਾ ਲੇਖਾ ਜੋਖਾ ਕਰ ਲੈ। ਤੇ ਫੇਰ ਤਾਂ ਸਾਹਿਬ ਕਹਿੰਦੇ ਨੇ ਆਹੀ ਕੁਛ ਹੁੰਦਾ ਭਾਈ, ਪਛਤਾਵਾ ਹੀ ਰਹਿ ਜਾਂਦਾ ਹੈ। ਪਛਤਾਵਾ ਭਾਵ ਕਿ ਜਦੋਂ ਕੰਮ ਕਰਨ ਦਾ ਸਮਾਂ ਹੋਵੇ, ਜੇ ਨਾ ਕੀਤਾ ਜਾਵੇ, ਸਮਾਂ ਲੰਘ ਜਾਵੇ, ਫੇਰ ਗੱਲ ਨਹੀਂ ਬਣਦੀ। ਇਸੇ ਕਰਕੇ ਸਾਹਿਬ ਨੇ ਕਿਰਪਾ ਕੀਤੀ ਵੀ ਸੱਚ ਨਾਲ ਜੁੜ ਜਾ, ਸੱਚ ਬੋਲਣ ਲੱਗ ਜਾ ਭਾਈ, ਸਮੇਂ ਨਾਲ ਬੋਲਿਆ ਜਾਵੇ ਤਾਂ ਚੰਗਾ ਹੁੰਦਾ। ਕਿਉਂਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ, ਸਾਹਿਬ ਕਹਿੰਦੇ ਤੈਸੜਾ ਕਰੀ ਗਿਆਨ ਵੇ ਲਾਲੋ, ਵੀ ਅਸੀਂ ਉਹ ਗੱਲ ਕਹਿ ਰਹੇ ਹਾਂ ਭਾਈ ਜਿਹੜੀ ਉਹ ਮਾਲਕ ਵੱਲੋਂ ਸਾਨੂੰ ਬਖਸ਼ਿਸ਼ ਹੋ ਰਹੀ ਹੈ। ਬਖਸ਼ਿਸ਼ਾਂ ਵਿੱਚ ਹੀ ਸਾਹਿਬ ਨੇ ਆਖਣਾ ਕੀਤਾ ਹੈ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਕਹਿੰਦੇ ਭਾਈ ਇਹ ਬਾਣੀ ਆ ਜਿਹੜੀ ਸੱਚ ਕੀ ਬਾਣੀ ਆਖ ਰਹੇ ਆ, ਸੱਚ ਸਮੇਂ ਨਾਲ ਸੁਣਾ ਰਹੇ ਆ, ਸਮੇਂ ਨਾਲ ਸੱਚ ਕਹਿਣਾ ਚਾਹੀਦਾ। ਸਮਾਂ ਲੰਘੇ ਤੋਂ ਬਾਅਦ ਵਿੱਚ ਨਹੀਂ ਗੱਲ ਬਣਦੀ, ਕਿਸੇ ਦਾ ਨੁਕਸਾਨ ਹੋ ਜਾਏ ਗੁਰੂ ਪਿਆਰਿਓ, ਕਿਸੇ ਦਾ ਇਹ ਕਹਿ ਲਈ ਆਪਾਂ ਭਾਈ ਕਿਸੇ ਦੀ ਮ੍ਰਿਤੂ ਹੋ ਜੇ ਕਿਸੇ ਦੇ ਕਾਰਨ ਕਰਕੇ, ਭਾਵ ਕਿ ਸੱਚ ਨਾ ਅਗਲੇ ਨੂੰ ਸਮਝ ਆਇਆ, ਕੋਈ ਫਾਇਦੇ ਲੱਗ ਗਿਆ, ਤੇ ਬਾਅਦ ਵਿੱਚ ਅਗਲਾ ਆਖੇ ਵੀ ਇਹ ਤਾਂ ਭਾਈ ਐਵੇਂ ਹੀ ਵਿਚਾਰਾ ਮਾਰਿਆ ਗਿਆ, ਇਹਦਾ ਤਾਂ ਕਸੂਰ ਹੀ ਕੋਈ ਸੀ, ਮੈਂ ਵੇਖਿਆ ਏਦਾਂ ਸੀ। ਤੇ ਕਹਿਣ ਵਾਲਾ ਅਗਲੇ ਸਿਆਣੇ ਕਹਿਣਗੇ ਭਲਿਆ ਕਿੱਥੇ ਗਿਆ ਸੀ ਪਹਿਲਾਂ ਕਿਉਂ ਨਹੀਂ ਬੋਲਿਆ, ਐਡਾ ਨੁਕਸਾਨ ਕਰਾ ਦਿੱਤਾ। ਭਾਵ ਕਿ ਜਿਹੜੀ ਸੱਚ ਗੱਲ ਹੈ ਸਮੇਂ ਨਾਲ ਕਹੀ ਜਾਵੇ ਚੰਗੀ ਹੁੰਦੀ ਹੈ, ਸੱਚ ਨੂੰ ਸਮੇਂ ਨਾਲ ਸਮਝਿਆ ਚੰਗਾ ਹੁੰਦਾ, ਸਮਝ ਕੇ ਸਹੀ ਕੰਮ ਸਮੇਂ ਨਾਲ ਕੀਤਾ ਚੰਗਾ ਹੁੰਦਾ, ਤੇ ਸਮਾਂ ਲੰਘੇ ਤੋਂ ਬਾਅਦ ਗੱਲ ਨਹੀਂ ਬਣਦੀ। ਅੱਜ ਸਾਡੇ ਮਨਾਂ ਦਾ ਖਿਆਲ ਹੀ ਐਸਾ ਬਣਿਆ, ਬਹੁਤਾਤ ਗਿਣਤੀ ਕਹਿੰਦੇ ਅਜੇ ਬਾਲਪਣ ਹੈ ਜੀ, ਗਾਂ ਵੇਖਾਂਗੇ ਬਾਣੀ ਦੀ ਗੱਲ, ਜਵਾਨੀ ਆ ਗਈ ਫਿਰ ਕਹਿੰਦਾ ਹੁਣ ਜਵਾਨੀ ਹੈ ਜੀ, ਖਾਣ ਪੀਣ ਦਾ ਸਮਾਂ, ਖੇਲਣ ਮੱਲਣ ਦਾ ਕੰਮ ਕਾਜ ਦਾ, ਤੇ ਅੱਗੇ ਵੇਖਾਂਗੇ। ਫਿਰ ਵਡੇਪਾ ਆ ਜਾਂਦਾ ਹੈ, ਬਹੁਤਾਤ ਗਿਣਤੀ ਤਾਂ ਵਡੇਪਾ ਵੀ ਆਪਣਾ ਖਰਾਬ ਹੀ ਕਰ ਜਾਂਦੇ ਆ, ਕਹਿ ਦਿੰਦੇ ਆ ਵੀ ਹੁਣ ਪਹਿਲਾਂ ਨਹੀਂ ਕੁਝ ਕੀਤਾ, ਹੁਣ ਕੀਤਿਆਂ ਕਹਿੰਦੇ ਕੀ ਹੋਵੇਗਾ ਕੀ ਹੋਵੇਗਾ, ਫਿਰ ਕਹਿੰਦੇ ਹੁਣ ਨਹੀਂ ਗੱਲ ਬਣਨੀ। ਪਰ ਕਿਤੇ ਸਾਹਿਬਾਂ ਦੇ ਬਚਨ ਸੁਣੀਏ, ਸਤਿਗੁਰੂ ਜੀ ਐਡੇ ਬਖਸ਼ੰਦ ਨੇ, ਸਾਹਿਬਾ ਸਾਨੂੰ ਕਹਿ ਰਹੇ ਨੇ ਵੀ ਇਹ ਭਲਿਆ ਅੱਜ ਹੂੰ ਕਿਸ ਵਿਗੜਿਓ ਨਹੀਂ,
ਅਜੇ ਵੀ ਤੇਰਾ ਕੁਛ ਨਹੀਂ ਵਿਗੜਿਆ। ਜੇ ਤੇਰੇ ਕੋਲੇ ਸਵਾਸ ਨੇ ਨਾ, ਅਜੇ ਤੂੰ ਚੱਲ ਫਿਰ ਸਕਦਾ, ਸੰਗਤ ਤਾਈਂ ਪਹੁੰਚ ਸਕਦਾ, ਗੁਰੂ ਕੀ ਬਾਣੀ ਨੂੰ ਪੜ੍ਹ ਸਕਦਾ, ਅਜੇ ਵੀ ਮੁਖ ਚੋਂ ਸਹੀ ਬੋਲ ਸਕਦਾ। ਤੇ ਸਾਹਿਬਾ ਕਹਿੰਦੇ ਅਜੇ ਵੀ ਵਿਗੜਿਆ ਕੁਛ ਨਹੀਂ ਤੇਰਾ, ਅਜੂ ਕਛ ਵਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਅਜੇ ਵੀ ਸਾਹਿਬਾ ਕਹਿੰਦੇ ਆ ਭਜਨ ਬੰਦਗੀ ਵਿੱਚ ਲੱਗ ਜਾ, ਅਜੇ ਵੀ ਨਾਮ ਬਾਣੀ ਵਿੱਚ ਲੱਗ ਜਾ, ਅਜੇ ਵੀ ਗੁਰੂ ਕੀ ਵਿਚਾਰਧਾਰਾ ਨੂੰ ਸਮਝ ਕੇ ਅਪਣਾ ਲੈ। ਤੇ ਸਾਹਿਬ ਕਹਿੰਦੇ ਅਜੇ ਵੀ ਤੂੰ ਨਿਰਭੈਤਾ ਪਦਵੀ ਪਾ ਸਕਦਾ। ਤੇਰੇ ਕੀਤੇ ਹੋਏ ਕਰਮ ਜਿਨ੍ਹਾਂ ਤੋਂ ਡਰਦਾ ਫਿਰਦਾ, ਅੰਦਰ ਡਰ ਬਣਿਆ, ਚਿੰਤਾਵਾਂ ਬਣੀਆਂ ਨੇ, ਉਹ ਤੇਰੇ ਡਰ ਖਤਮ ਹੋ ਕੇ ਤੂੰ ਨਿਰਭੈ ਹੋ ਸਕਦਾ। ਨਿਰਭੈਤਾ ਵਿੱਚ ਅਜੇ ਵੀ ਆ ਸਕਦਾ। ਸਮਾਂ ਜੇ ਤੇਰੇ ਕੋਲੇ ਹੈਗਾ ਜੀ, ਪਰ ਜੇ ਸਮਾਂ ਲੰਘ ਗਿਆ ਫਿਰ ਸਾਹਿਬ ਕਹਿੰਦੇ ਪਛਤਾਵਾ ਹੀ ਹੈ। ਫੇਰ ਹੈ ਆ 84 ਲੱਖ ਜੀਵਾਂ ਦੇ ਵਿੱਚ ਫੇਰ ਆਹੀ ਗੇੜ ਜੰਮਣ ਮਰਨ ਦਾ। ਇਸੇ ਕਰਕੇ ਸਾਹਿਬਾਂ ਨੇ ਕਿਰਪਾ ਕੀਤੀ, ਸਾਨੂੰ ਸਮਝਾਇਆ, ਬੰਦਿਆ ਭੁਲੇਖੇ ਵਿੱਚ ਨਾ ਰਹੀ ਵੀ ਨਾਮ ਜਪੇ ਬਿਨਾ ਖਹਿੜਾ ਸੁੱਟ ਜਾਏਗਾ। ਕਿਉਂਕਿ ਸਾਹਿਬ ਨੇ ਕਹਿ ਦਿੱਤਾ, ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਛੁਟਕਾਰਾ ਨਹੀਂ ਹੋਣਾ, ਭਾਵੇਂ ਛੁਟਕਾਰਾ ਅੱਜ ਕਰਾ ਲੈ, ਆ ਜਨਮ ਵਿੱਚ ਕਰਾ ਲੈ, ਭਾਵੇਂ ਭਲਿਆ ਗੇੜੇ ਕੱਢ ਕੇ ਫੇਰ ਆ ਜੀ। ਇਤਿਹਾਸ ਨੇ ਸਾਡੇ ਕੋਲੇ ਗੁਰੂ ਪਿਆਰਿਓ, ਵੀ ਇਤਿਹਾਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੱਢਣ ਆਏ ਇਸ ਗੇੜ ਦੇ ਵਿੱਚੋਂ ਭਾਈ ਮੂਲਾ ਜੀਆਂ ਨੂੰ ਆਏ ਕੱਢਣ, ਵੀ ਆ ਜਾ ਪਿਆਰਿਆ, ਤੈਨੂੰ ਮਿਲਣ ਲਈ ਆਏ ਆ, ਤੇਰੇ ਭਲੇ ਲਈ ਆਏ ਆ। ਪਰ ਨਹੀਂ ਗੁਰੂ ਪਿਆਰਿਓ, ਮੋਹ ਦੇ ਜਾਲ ਵਿੱਚ ਫਸ ਗਿਆ। ਆਪਾਂ ਇਤਿਹਾਸ ਪੜ੍ਹਦੇ ਆ, ਪਰ ਸਾਹਿਬ ਨੇ ਜਦੋਂ ਉਦੋਂ ਬਾਅਦ ਭਾਣਾ ਵਰਤ ਗਿਆ, ਫਿਰ ਚੁੱਕੀ ਫਿਰਨ, ਐ ਬਾਬਾ ਕਿਰਪਾ ਕਰਦੇ, ਅਸੀਂ ਭੁੱਲ ਗਏ ਸਾਂ। ਸਾਹਿਬ ਕਹਿੰਦੇ ਕੋਈ ਗੱਲ ਨਹੀਂ ਭਾਈ, ਕਿਰਪਾ ਹੋਵੇਗੀ। ਹੁਣ ਫੇਰ ਪੈ ਗਿਆ, ਹੁਣ ਗੇੜਾ ਪੈ ਗਿਆ, ਹੁਣ ਸਮਾਂ ਆਏਗਾ, ਗੇੜਾ ਘੱਤ ਕੇ ਆਏਗਾ ਤੇ ਅਸੀਂ ਵੀ ਆਵਾਂਗੇ 10ਵੇਂ ਜਾਮੇ ਵਿੱਚ, ਤੇ ਫੇਰ ਗੱਲ ਬਣੇਗੀ। ਫੇਰ ਗੱਲ ਬਣੇਗੀ, ਭਾਵ ਕੇ ਗੁਰੂ ਕੇ ਬਚਨਾਂ ਤੋਂ ਬਿਨਾਂ ਛੁਟਕਾਰਾ ਨਹੀਂ। ਜੇ ਬਚਨ ਮੰਨ ਲਈਏ, ਜੇ ਮੰਨ ਲੈਂਦੇ ਭਾਈ ਮੂਲਾ ਜੀਆਂ ਦਾ, ਉਦੋਂ ਹੀ ਛੁਟਕਾਰਾ ਸੀ। ਇਤਿਹਾਸ ਹੈ ਸਮਝਣ ਲਈ, ਪਰ ਮੰਨੇ ਨਹੀਂ ਗੁਰੂ ਪਿਆਰਿਓ। ਫਿਰ ਕਿੱਡਾ ਫੇਰ ਪਿਆ, ਗੁਰੂ ਨਾਨਕ ਸਾਹਿਬ ਤੋਂ 10 ਜਾਮੇ, ਭਾਵ ਕੇ 5 ਸਵਾ 500 5.5 ਤੱਕ ਵੀ ਲਾ ਲਈ ਆਪਾਂ, ਵੀ ਇੰਨੇ 100 ਸਾਲ ਦਾ ਫੇਰ ਪੈ ਗਿਆ। ਭਾਵ ਕੇ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਹਾਰਾਸ਼ਟਰ ਨਾਂਦੇੜ ਦੀ ਧਰਤੀ ਤੇ ਉਸ ਮੂਲੇ ਦਾ ਭਲਾ ਕੀਤਾ। ਇਹ ਇਤਿਹਾਸ ਆਪਾਂ ਜੇ ਸਮਝਦੇ ਹਾਂ, ਜੇ ਮੰਨਦੇ ਹਾਂ ਗੁਰੂ ਪਿਆਰਿਓ, ਤਾਂ ਹੈ। ਜੇ ਉਦਾਂ ਹੀ ਕਹਿੰਦੇ ਵੀ ਤਾਂ ਗੱਲਾਂ ਨੇ, ਫਿਰ ਗੱਲਾਂ ਵਾਲੇ ਹਨ ਕਨੇਰੇ, ਬਹੁਤ ਨੇ ਗੱਲਾਂ ਕਰਨ ਵਾਲੇ। ਤਾਂ ਰਹੋ ਵਿਚਾਰ ਆਓ, ਸਾਹਿਬ ਕਿਰਪਾ ਕਰਦੇ ਸਾਨੂੰ ਸਮਝਾਉਂਦੇ ਆ ਵੀ ਬੰਦਿਆ, ਨਾਮ ਤੋਂ ਬਿਨਾ ਛੁਟਕਾਰਾ ਨਹੀਂ ਹੋਣਾ, ਨਾਮ ਬਿਨਾ ਕਿਸ ਕਾਮ ਨਾ ਆਵੇ। ਸਾਹਿਬ ਕਹਿੰਦੇ ਮੇਰਾ ਮੇਰਾ ਕਰ ਬਹੁਤ ਪਛਤਾਨੇ, ਬੜੇ ਪਛਤਾਉਂਦੇ ਵੇਖੇ ਆ। ਮੇਰਾ ਮੇਰਾ ਕਰਨ ਵਾਲੇ ਮੋਹ ਮਮਤਾ ਮਾਇਆ ਵਿੱਚ ਫਸੇ ਹੋਏ ਪਛਤਾਉਂਦੇ ਦੁਨੀਆ ਵਿੱਚ ਬਹੁਤ ਵੇਖਿਆ, ਆਪਾਂ ਵੇਖਦੇ ਰਹਿੰਦੇ ਹਾਂ। ਜੇ ਕਿਤੇ ਸਮਝ ਆ ਜਾਵੇ, ਰਹੋ ਵਿਚਾਰ ਆਓ। ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਸਮਝਾਉਂਦੇ ਨੇ, ਜੋ ਜੋ ਕਰੈ ਸੋਈ ਮਾਨ ਲੈ, ਬਿਨ ਮਾਨੈ ਸਭ ਰਲ ਹੋਵੈ ਖੇ, ਤਿਸ ਕਾ ਭਾਣਾ ਲਾਗਾ ਮੀਠਾ, ਗੁਰ ਪ੍ਰਸਾਦ ਵਿਰਲੇ ਮਨ ਬੂਠਾ। ਸਤਿਗੁਰੂ ਜੀ ਦੂਸਰੀ ਪੌੜੀ ਵਿੱਚ ਕਿਰਪਾ ਕਰਦੇ ਵੀ ਜੋ ਜੋ ਕਰੇ ਸੋਈ ਮਾਨ ਲੈ, ਵੀ ਜੋ ਜੋ ਕੁਝ ਮੇਰਾ ਵਾਹਿਗੁਰੂ ਕਰਦਾ ਹੈ ਭਾਈ, ਉਹਨੂੰ ਸਤ ਕਰਕੇ ਮੰਨਣਾ, ਉਹਨੂੰ ਮੰਨ ਲੈਣਾ। ਤੇ ਸਾਹਿਬ ਸਾਨੂੰ ਕਹਿੰਦਾ ਵੀ ਇਹ ਗੁਰੂ ਕਿਆ ਪਿਆਰਿਆ ਭਾਈ, ਜੋ ਮਾਲਕ ਕੁਦਰਤ ਨਿਯਮਾਂ ਦੇ ਵਿੱਚ ਕਰਦਾ ਉਹਨੂੰ ਮੰਨ ਕੇ ਚੱਲਿਆ ਕਰ। ਮੰਨ ਕੇ ਚੱਲਣ ਦਾ ਭਾਵ ਕਿ ਵੀ ਅਸੀਂ ਕੁਦਰਤ ਦਾ ਖਲਵਾੜ ਨਾ ਕਰੀਏ, ਮਾਨ ਮਰਜ਼ਾਦਾ ਵਿੱਚ ਖਿਆਨਤ ਨਾ ਕਰੀਏ, ਇਮਾਨਦਾਰ ਰਹੀਏ, ਅਸੀਂ ਸਮਝ ਕੇ ਚੱਲਣਾ ਕਰੀਏ। ਸੋ ਸਾਹਿਬ ਕਹਿੰਦੇ ਆ ਜਿਹੜੇ ਨਹੀਂ ਮੰਨਦੇ, ਬਿਨ ਮਾਨੈ ਰਲ ਹੋਵੈ ਖੇ, ਜਿਹੜੇ ਇਹਨਾਂ ਗੱਲਾਂ ਨੂੰ ਮੰਨਦੇ ਨਹੀਂ ਹਨ ਕਨਾ, ਜਿਹੜੇ ਕਹਿੰਦੇ ਤਾਂ ਕਹਿਣ ਦੀਆਂ ਗੱਲਾਂ ਨੇ, ਏਦਾਂ ਥੋੜੀ ਹੁੰਦਾ ਹੈ। ਬੜੇ ਕਹਿਣਗੇ ਵੀ ਇਉਂ ਥੋੜੋ ਕੁਛ ਹੋਣ ਲੱਗਿਆ, ਕਹਿੰਦੇ ਤਾਂ ਗੱਲਾਂ ਹੀ ਨੇ ਜੀ ਕਹਿਣ ਦੀਆਂ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਮੰਨਦੇ ਨਹੀਂ ਰਲ ਹੋਵੈ ਖੇ, ਕਹਿੰਦੇ ਉਹਨਾਂ ਦੀ ਖੇ ਉੱਡ ਜਾਂਦੀ ਹੈ ਸੰਸਾਰ ਵਿੱਚ, ਉਹ ਮਿੱਟੀ 'ਚ ਹੀ ਰਲ ਜਾਂਦੇ ਹੈ, ਉਹਨਾਂ ਦੀ ਹਾਲਤ ਐਸੀ ਹੋ ਜਾਂਦੀ ਹੈ। ਸਾਹਿਬ ਕਹਿੰਦੇ ਨੇ ਤਿਸ ਕਾ ਭਾਣਾ ਲਾਗਾ ਮਿੱਠਾ, ਜਿਨ੍ਹਾਂ ਨੂੰ ਮਾਲਕ ਦਾ ਭਾਣਾ ਮਿੱਠਾ ਲੱਗਦਾ ਹੈ।
ਸਾਹਿਬ ਕਹਿੰਦੇ ਗੁਰ ਪ੍ਰਸਾਦ ਬਿਰਲੇ ਮਨ ਬੂਠਾ। ਉਹ ਬਿਰਲੇ ਨੇ ਜਿਹੜੇ ਮਿੱਠਾ ਕਰਕੇ ਮਨ ਦੇ ਭਾਣੇ ਵਿੱਚ ਰਹਿੰਦੇ ਆ। ਨਹੀਂ ਤਾਂ ਅਸੀਂ ਤਾਂ ਰੱਬ ਨੂੰ ਵੀ ਕਹਿੰਦੇ, ਰੱਬ ਨੇ ਕਹਿੰਦੇ ਲੋੜਾ ਮਾਰਤਾ ਜੀ, ਆਹ ਕਰ ਦਿੱਤਾ, ਜੇ ਹੋਣ ਵਾਲਾ ਨਹੀਂ ਸੀ ਕਹਿੰਦੇ ਇਹ ਉਦਾਂ ਹੀ ਹੋ ਗਿਆ। ਲੋੜਾ ਮਾਰਤਾ ਰੱਬ ਨੇ, ਜੇ ਉਹ ਕਰਤਾ, ਬੜਾ ਕੁਛ ਕਹਿੰਦੇ ਲਾਂਭੇ ਰੱਬ ਨੂੰ ਦਿੰਨੇ ਆ, ਪਰ ਆਪਣੇ ਤੇ ਨਹੀਂ ਅਸੀਂ ਲਾਉਂਦੇ। ਅਸੀਂ ਤਾਂ ਜੇ ਕੋਈ ਚੰਗਾ ਕਰਤਾ ਤਾਂ ਮੈਂ ਕਰਦੇ ਨਹੀਂ ਥੱਕਦੇ, ਅਸੀਂ ਮੈਂ ਕੀਤਾ ਜੀ, ਮੈਂ ਕੀਤਾ, ਮੈਂ ਮੇਰੇ ਵੱਲੋਂ ਹੋਇਆ ਇਹ ਕਹਿੰਦੇ ਆ। ਪਰ ਮਾੜਾ ਕੋਈ ਨਹੀਂ ਕਹਿੰਦਾ ਵੀ ਮੇਰੇ ਤੋਂ ਹੋ ਗਿਆ, ਕੋਈ ਨਹੀਂ ਮੰਨਣ ਨੂੰ ਤਿਆਰ। ਜੇ ਕਿਤੇ ਹੋ ਵੀ ਜਾਵੇ ਮਾੜਾ, ਕੋਈ ਨਹੀਂ ਕਹਿੰਦਾ ਵੀ ਭਾਈ ਮੇਰੇ ਤੋਂ ਗਲਤੀ ਹੋ ਗਈ। ਬਿਰਲੇ ਨੇ। ਅਸੀਂ ਤਾਂ ਕਹਿੰਦੇ ਰੱਬ ਨੇ ਕਰਾਤਾ, ਜੋ ਮਾੜਾ ਕਰਾਤਾ, ਚੰਗਾ ਅਸਾਂ ਕੀਤਾ। ਇਹ ਸਾਹਿਬਾ ਰਹਿਮਤ ਕਰਦਾ ਵੀ ਬਿਰਲੇ ਨੇ ਜਿਹੜੇ ਉਹਦੇ ਭਾਣੇ ਵਿੱਚ ਰਹਿ ਕੇ ਚੱਲਦੇ ਆ, ਭਾਣੇ ਨੂੰ ਮੰਨਦੇ ਆ, ਉਹਦੇ ਨਿਯਮਾਂ ਨੂੰ ਮੰਨਦੇ ਆ, ਮਿੱਠਾ ਕਰਕੇ ਉਹਨਾਂ ਨੂੰ ਭਾਣਾ ਜਿਨ੍ਹਾਂ ਨੂੰ ਲੱਗਦਾ ਹੈ। ਤੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਭਾਈ ਮੰਨਿਆ ਜਾਂਦਾ ਭਾਣਾ। ਗੁਰ ਪ੍ਰਸਾਦ ਜਿਨ੍ਹਾਂ ਤੇ ਕਿਰਪਾ ਗੁਰੂ ਦੀ ਹੋ ਜਾਵੇ, ਪ੍ਰਸਾਦ ਕਿਰਪਾ ਨੂੰ ਕਹਿੰਦੇ ਆ। ਬਿਰਲੇ ਮਨ ਬੂਠਾ, ਬਿਰਲਿਆਂ ਦੇ ਮਨ ਵਿੱਚ ਇਹ ਬਚਨ ਵਸਿਆ ਗੁਰੂ ਸਾਹਿਬ ਦੇ, ਗੁਰੂ ਦੀ ਕਿਰਪਾ ਸਦਕਾ। ਆਓ ਜੇ ਸਾਡੇ ਮਨ ਵਿੱਚ ਇਹ ਗੱਲਾਂ ਵਸਦੀਆਂ ਨੇ ਤਾਂ ਸਮਝੋ ਸਾਡੇ ਤੇ ਕਿਰਪਾ ਹੈ ਗੁਰੂ ਸਾਹਿਬ ਦੀ। ਜੇ ਸਾਡਾ ਮਨ ਮੰਨਦਾ ਤਾਂ ਸਮਝੀਏ ਵੀ ਮਨ ਤੇ ਕਿਰਪਾ ਹੋ ਗਈ ਹੈ। ਨਹੀਂ ਤਾਂ ਜੇ ਉਦਾਂ ਹੀ ਤੁਰੇ ਫਿਰਦੇ ਆ। ਰਹਿਮਤ ਕਰਨ ਸਤਿਗੁਰੂ ਜੀ ਅੱਗੇ ਰਹਿਮਤ ਕਰਦੇ ਆ। ਬੇਪਰਵਾਹ ਅਗੋਚਰ ਆਪ, ਆਠ ਪੈਰ ਮਨ ਤਾਕੋ ਜਾਪ, ਜਿਸ ਚਿਤ ਆਏ ਬਿਰਸਾ ਦੁਖਾ, ਹਾਲਤ ਪਾਲਤ ਤੇਰਾ ਉਜਲ ਮੁਖਾ। ਸਾਹਿਬ ਕਹਿੰਦੇ ਆ ਤੀਸਰੀ ਪੌੜੀ ਵਿੱਚ, ਬੇਪਰਵਾਹ ਅਗੋਚਰ ਆਪ। ਉਸ ਮਾਲਿਕ ਨੂੰ ਕੋਈ ਪਰਵਾਹ ਨਹੀਂ ਕਿਸੇ ਦੀ, ਕਿਸੇ ਦਾ ਡਰ ਨਹੀਂ ਹੈ ਉਸ ਮਾਲਿਕ ਨੂੰ। ਉਹ ਅਗੋਚਰ ਹੈ, ਉਹ ਸਾਡੇ ਇੰਦਰੀਆਂ ਦੀ ਸਮਝ ਤੋਂ ਵੀ ਪਰੇ ਦੀ ਗੱਲ ਹੈ। ਜਿਹੜਾ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਹੈ, ਉਹ ਆਪੇ ਆਪ ਨਿਰੰਜਨ ਸੋਏ ਹੈ, ਆਪਣੇ ਆਪ ਤੇ ਹੀ ਸਭ ਕੁਛ ਹੈ ਉਹਦਾ, ਉਹ ਆਪ ਹੀ ਕਰਦਾ ਹੈ। ਬੇਪਰਵਾਹ ਮੇਰਾ ਵਾਹਿਗੁਰੂ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਜਿਹੋ ਜਿਹਾ ਕੁਛ ਕਰਦਿਆਂ ਕਰਨਾ ਅਸੀਂ ਉਹ ਜਿਹੇ ਫਲ ਦੇਈ ਜਾਂਦਾ। ਜੋ ਬੀਜੈ ਸੋ ਉਗਵੈ। ਸਾਹਿਬ ਕਹਿੰਦੇ ਜੋ ਕੁਝ ਬੀਜ ਰਹੇ ਅਸੀਂ ਕਰਮ ਕਰਕੇ, ਕਰਮ ਸਰੀਰ ਧਰਤੀ ਹੈ, ਕਰਮ ਦਾ ਇੱਥੇ ਫਲ ਹੈ। ਜੋ ਅਸੀਂ ਬੀਜ ਰਹੇ ਹਾਂ, ਮੇਰਾ ਮਾਲਕ ਬੇਪਰਵਾਹ ਹੋ ਕੇ ਉਹਦਾ ਫਲ ਸਾਨੂੰ ਦੇ ਰਿਹਾ। ਪਰ ਸਾਡੇ ਅਗੋਚਰ ਹੈ ਉਹ ਵਾਹਿਗੁਰੂ, ਇੰਦਰੀਆਂ ਤੋਂ ਪਰੇ ਦੀ ਗੱਲ ਹੈ, ਸਮਝ ਤੋਂ ਪਰੇ ਦੀ ਗੱਲ ਹੈ। ਉਹ ਆਪ ਹੀ ਆਪ ਸਭ ਕੁਝ ਕਰ ਰਿਹਾ। ਜੋ ਕਿਛ ਕਰੇ ਸੋ ਆਪੇ ਕਰੇ, ਵੀ ਉਹ ਪੂਛਣਾ ਮਸਲਤ ਧਰੇ। ਸਾਹਿਬ ਕਹਿੰਦੇ ਕਿਸੇ ਦਾ ਨਾਂ ਰਾਏ ਮਸ਼ਵਰਾ ਲੈਂਦਾ, ਕਿਉਂਕਿ ਰਾਏ ਮਸ਼ਵਰਿਆਂ ਵਿੱਚ ਵੀ ਆਪਾਂ ਵੇਖਦੇ ਹਾਂ ਅੱਜ ਐਸੀ ਦੁਨੀਆ ਹੋਈ ਹੈ ਵੀ ਕਿਸੇ ਤੋਂ ਕੋਈ ਸਲਾਹ ਲੈਣ ਲੱਗ ਜੀ, ਅਗਲਾ ਚੰਗੀ ਸਲਾਹ ਨਹੀਂ ਦਿੰਦਾ। ਅਗਲਾ ਕਹਿੰਦਾ ਨਾ ਕਿਤੇ ਗਾਹ ਨਾ ਵਗ ਜੇ, ਕਿਤੇ ਦੀ ਪਰਵਤਾ ਨਾ ਹੋ ਜੇ, ਕਿਤੇ ਸਾਤੋਂ ਅੱਗੇ ਨਾ ਲੰਘ ਜੇ। ਐਸੀ ਸਲਾਹ ਵੀ ਅੱਜ ਦੇਣ ਨੂੰ ਕੋਈ ਤਿਆਰ ਨਹੀਂ। ਸਹੀ ਰਹਿਮਤ ਕਰਨ ਸਤਿਗੁਰੂ ਜੀ, ਕੋਈ ਸਲਾਹ ਮਸ਼ਵਰਾ ਲੈਂਦਾ, ਭਾਈ ਅਸੀਂ ਸਹੀ ਸਲਾਹ ਦਈਏ, ਅਗਲੇ ਨੂੰ ਸਹੀ ਸੇਧ ਦਈਏ। ਅੱਜ ਪੁੱਛਣ ਦਾ ਸਮਾਂ ਹੀ ਨਹੀਂ ਰਿਹਾ ਗੁਰੂ ਪਿਆਰਿਓ। ਕੋਈ ਪੁੱਛ-ਗਿੱਛ ਕਰਦਾ, ਅਗਲਾ ਕਹਿੰਦੇ ਇਹਨੂੰ ਤਾਂ ਪਤਾ ਹੀ ਕੱਖ ਦਾ ਨਹੀਂ। ਬੜੇ ਕਹਿਣਗੇ ਤਾਂ ਮੈਂ ਦੱਸਿਆ ਇਹਨੂੰ ਤਾਂ ਕਰ ਲਿਆ, ਇਹਨੇ ਨਹੀਂ ਕਿਤੇ ਹੋਣਾ ਸੀ ਇਹ ਤੋਂ, ਇਹ ਤਾਂ ਮੇਰੀ ਸੇਧ ਨਾਲ ਚੱਲ ਰਿਹਾ, ਇਹਨੂੰ ਕੀ ਆਉਂਦਾ, ਅਗਲਾ ਇਹ ਕਹਿੰਦਾ ਹੈ। ਪਰ ਆਓ ਗੁਰੂ ਪਿਆਰਿਓ, ਸਾਡੇ ਤੇ ਗੁਰੂ ਪਾਤਸ਼ਾਹ ਨੇ ਰਹਿਮਤ ਕੀਤੀ। ਅਸੀਂ ਜੋ ਕੁਛ ਕਰਨਾ ਹੈ ਅਸੀਂ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਬਾਣੀ ਮੁਤਾਲਕ ਕਰ ਲਈਏ, ਭਲਾ ਹੋਵੇਗਾ। ਕਿਉਂਕਿ ਸਤਿਗੁਰਾਂ ਨੇ ਤਾਂ ਸਾਨੂੰ ਪਹਿਲਾਂ ਹੀ ਸਮੇਂ ਦੀ ਨਾਜ਼ੁਕ ਸਮਝਦਿਆਂ ਕਹਿ ਦਿੱਤਾ ਵੀ ਆ ਗੁਰੂ ਕਿਆ ਪਿਆਰਿਆ ਗੁਰੂ ਸਿੱਖਾ, ਜੇ ਸਾਂਝ ਪਾਉਣੀ ਹੈ ਤਾਂ ਸਤਿਗੁਰਾਂ ਨਾਲ ਹੀ ਪਾ ਲਈ। ਜੋ ਕੁਝ ਕਰਨਾ ਤਾਂ ਗੁਰੂ ਤੋਂ ਪੁੱਛ ਲਈ, ਸਤਿਗੁਰੂ ਜੀ ਦੱਸਣਗੇ। ਕਿਉਂਕਿ ਸਤਿਗੁਰਾਂ ਇਹ ਬਚਨ ਕੀਤਾ ਲੋੜੀਏ ਕੰਮ ਸੋ ਹਰਿ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਇਹ ਮਾਲਕ ਨੇ ਆਖਣਾ ਕੀਤਾ ਵੀ ਜੋ ਕਾਰਜ ਕਰਨਾ ਗੁਰੂ ਨੂੰ ਹੀ ਆਖ ਲਿਆ ਕਰ ਗੁਰਸਿੱਖਾ। ਸਾਹਿਬ ਅੱਗੇ ਅਰਜ ਕਰਕੇ ਸਤਿਗੁਰੂ ਦਾ ਹੁਕਮ ਲੈ ਲੈ। ਬਾਣੀ ਵਿੱਚੋਂ ਸ਼ਬਦ ਪੜ੍ਹੇਗਾ, ਸਤਿਗੁਰੂ ਜੀ ਉਸੇ ਮੁਤਾਲਕ ਤੈਨੂੰ ਦੱਸਣਗੇ। ਜੇ ਭਾਵ ਅੰਦਰ ਪਿਆਰ ਹੋਵੇਗਾ, ਵਿਸ਼ਵਾਸ ਲੈ ਕੇ ਚੱਲੇਗਾ, ਫਿਰ ਰਹਿਮਤ ਕਰਦਿਆ ਸਤਿਗੁਰੂ ਜੀ ਜੇ ਸਾਨੂੰ ਮਾਲਕ ਨੂੰ ਬੁਲਾਉਣਾ ਆਉਂਦਾ ਹੋਵੇਗਾ ਤਾਂ ਬੋਲ ਕੇ ਦੱਸਦੇ ਐ। ਕਿਉਂਕਿ ਸਾਹਿਬਾਂ ਨੇ ਆਖੜਾ ਕੀਤਾ ਠਾਕੁਰ ਹਮਰਾ ਸਦ ਬੋਲੰਤਾ। ਕਿਤੇ ਨਾ ਇਹ ਨਾ ਸਾਡੇ ਮਨ ਚ ਹੋਵੇ ਵੀ ਗੁਰੂ ਕਿਹੜਾ ਬੋਲਦਾ ਹੈ। ਗੁਰੂ ਬੋਲਦਾ ਵੀ ਹੈ, ਸੁਣਦਾ ਵੀ ਹੈ। ਸਾਹਿਬ ਕਹਿੰਦੇ ਨੇ ਵੀ ਠਾਕੁਰ ਜਿਹੜਾ ਸਾਡਾ ਮਾਲਕ ਆ ਸਦਾ ਬੋਲਦਾ। ਇੱਥੇ ਉਹ ਠਾਕੁਰ ਨਹੀਂ ਵੀ ਜਿਹੜਾ ਇੱਕ ਥਾਂ ਤੇ ਗੱਡਤਾ ਉੱਥੇ ਹੀ ਖੜਾ ਰਹਿਣਾ, ਉਹ ਨਹੀਂ ਹੈ। ਇੱਥੇ ਉਹ ਠਾਕੁਰ ਹੈ ਸਾਡਾ, ਉਹ ਮਾਲਕ ਹੈ ਜਿਹੜਾ ਬੋਲਦਾ ਪਰ ਬੁਲਾਉਣਾ ਆਉਂਦਾ ਹੋਵੇ।
ਸਾਹਿਬ ਕਹਿੰਦੇ ਠਾकुर ਹਮਰਾ ਸਦ ਬੋਲੰਤਾ ਸਦਾ ਹੀ ਬੋਲਦਾ, ਸਰਬ ਜੀਆਂ ਕੋ ਦਾਨ ਪ੍ਰਭ ਦੇਤਾ। ਇਹ ਸਾਰੇ ਜੀਆਂ ਨੂੰ ਦਾਨ ਵੀ ਦਿੰਦਾ, ਦਾਤਾਂ ਵੀ ਦਿੰਦਾ ਹੈ। ਪਰ ਵਿਸ਼ਵਾਸ ਹੋਵੇ ਤਾਂ ਗੁਰੂ ਪਿਆਰਿਓ, ਗੱਲ ਤਾਂ ਵਿਸ਼ਵਾਸ ਤੇ ਹੀ ਖੜੀ ਹੈ। ਜਿਹਦੇ ਅੰਦਰ ਵਿਸ਼ਵਾਸ ਹੋ ਗਿਆ ਤੇ ਉਹ ਤੇ ਰਹਿਮਤ ਹੋ ਜਾਂਦੀ ਹੈ, ਜਿਹਦੇ ਅੰਦਰ ਇਹ ਪਿਆਰ ਬਣ ਜਾਂਦਾ। ਕਿਉਂਕਿ ਮਾਲਕ ਨੇ ਇਹ ਬਚਨ ਕੀਤਾ ਵੀ ਉਦਾਂ ਤਾਂ ਅਸੀਂ ਬੜੇ ਭਾਈ ਮਾਫ ਕਰਨਾ ਵੀ ਬਹੁਤ ਆਵਾਜਾਈ ਹੈ ਸਾਡੀ ਗੁਰੂ ਸਾਹਿਬ ਦੇ ਕੋਲੇ, ਗੇੜੇ ਬਹੁਤ ਨੇ ਸਾਡੇ, ਪਰ ਉਹ ਕੁਝ ਮਿਲਦਾ ਨਹੀਂ। ਨਾ ਸਕੂਨ ਬਣਿਆ ਅਜੇ ਤੱਕ, ਨਾ ਸਾਡੇ ਅੰਦਰ ਸ਼ਾਂਤੀ ਆਈ ਹੈ, ਨਾ ਸਾਡੀਆਂ ਚਿੰਤਾਵਾਂ ਖਤਮ ਹੋਈਆਂ, ਨਾ ਜੋ ਮੰਗਾਂ ਸੀ ਉਹ ਪੂਰੀਆਂ। ਕਿਉਂ? ਸਾਹਿਬ ਨੇ ਸਾਨੂੰ ਵਚਨ ਕਰ ਦਿੱਤਾ ਹੈ। ਸਤਿਗੁਰੂ ਜੀ ਕਹਿ ਰਹੇ ਨੇ, ਸਤਿਗੁਰ ਕੀ ਪ੍ਰਤੀਤ ਨਾ ਆਇਆ, ਸ਼ਬਦ ਨਾ ਲਾਗੋ ਭਾਵ। ਕਹਿੰਦੇ ਸਤਿਗੁਰੂ ਤੇ ਤਾਂ ਪ੍ਰਤੀਤ, ਤੈਨੂੰ ਵਿਸ਼ਵਾਸ ਹੀ ਨਹੀਂ ਆਇਆ ਭਾਈ ਅਜੇ ਤੱਕ, ਨਾ ਤੇਰਾ ਸ਼ਬਦ ਨਾਲ ਕੋਈ ਪ੍ਰੇਮ ਲਗਾ ਬਣਿਆ ਵੀ ਸ਼ਬਦ ਚ ਜੋ ਗੁਰੂ ਸਾਹਿਬ ਕਹਿੰਦੇ ਕਦੇ ਮੰਨਿਆ ਹੋਵੇ, ਕਦੇ ਆਖਿਆ ਹੋਵੇ ਵੀ ਹਾਂ ਸਤਿਗੁਰੂ ਜੀ ਜੋ ਤੁਸੀਂ ਕਹਿ ਰਹੇ ਹੋ ਇਹ ਸੱਚ ਹੈ, ਮੈਂ ਮੰਨਣ ਨੂੰ ਤਿਆਰ ਹਾਂ। ਕਦੇ ਸਤ ਵਚਨ ਕਹਿ ਕੇ ਵੇਖਿਆ ਹੋਵੇ ਅਸੀਂ? ਜਿਨ੍ਹਾਂ ਨੇ ਸਤ ਵਚਨ ਕਿਹਾ, ਭਾਈ ਲਹਿਣਾ ਜੀ ਦੇ ਰੂਪ ਵਿੱਚ, ਉਹਨਾਂ ਨੇ ਗੁਰੂ ਨਾਨਕ ਨੂੰ ਪਾ ਲਿਆ। ਜਿਨ੍ਹਾਂ ਨੇ ਸਤ ਵਚਨ ਆਖਿਆ ਬਾਬਾ ਅਮਰਦਾਸ ਜੀਆਂ ਦੇ ਰੂਪ ਵਿੱਚ, ਉਹਨਾਂ ਨੇ ਗੁਰੂ ਅੰਗਦ ਦੇਵ ਸਾਹਿਬਾਂ ਨੂੰ ਪਾ ਲਿਆ। ਤੇ ਜਿਨ੍ਹਾਂ ਨੇ ਭਾਈ ਜੇਠਾ ਜੀਆਂ ਦੇ ਰੂਪ ਦੇ ਵਿੱਚ ਸਤ ਵਚਨ ਆਖਿਆ ਤੇ ਗੁਰੂ ਅਮਰਦਾਸ ਸਾਹਿਬਾਂ ਨੂੰ ਪਾ ਲਿਆ। ਇਤਿਹਾਸ ਹੈ ਸਾਡਾ ਸਤ ਵਚਨ। ਬਈ ਭਾਈ ਜੇ ਕਿਤੇ ਸਤ ਵਚਨ ਅਸੀਂ ਸੱਚ ਕਰਕੇ ਭਾਵ ਮੰਨ ਲਈਏ, ਸਤ ਵਚਨ ਦਾ ਭਾਵ ਹੁੰਦਾ ਵੀ ਜੋ ਤੁਸੀਂ ਆਖਿਆ ਸਾਹਿਬਾ ਇਹ ਸੱਚ ਹੈ, ਅਸੀਂ ਮੰਨਣ ਨੂੰ ਤਿਆਰ ਹਾਂ। ਤੇ ਇਸ ਦਾ ਕਹਿੰਦੇ ਬਾਣੀ ਬਹੁਤ ਕੁਛ ਕਹਿੰਦੀ ਹੈ, ਕੀ ਮੰਨੀਏ। ਸਾਡਾ ਅੱਜ ਦਾ ਸਿੱਖਾ ਕਹਿੰਦਾ ਹੈ, ਮਾਫ ਕਰਨਾ ਸਤਿਗੁਰੂ ਜੀ ਰਹਿਮਤ ਕਰਨ ਭਾਈ ਵੀ ਅਸੀਂ ਸੱਚ ਕਰਕੇ ਮੰਨੀਏ। ਸਾਹਿਬ ਨੇ ਵਚਨ ਕੀਤਾ, ਸਤਿਗੁਰ ਕੀ ਪ੍ਰਤੀਤ ਨਾ ਆਇਆ, ਸ਼ਬਦ ਨਾ ਲਾਗੋ ਭਾਵੋ। ਸਾਹਿਬ ਕਹਿੰਦੇ ਤਿਸਨੋ ਸੁਖ ਨਾ ਉਪਜੈ, ਭਾਵੇਂ 100 ਗੇੜਾ ਆਬੋ ਜਾਓ, 100 ਗੇੜੇ ਮਾਰ ਲਾ ਪਿਆਰਿਆ, ਜੇ ਨਾ ਮੰਨਿਆ ਸਾਹਿਬਾਂ ਦਾ ਬਚਨ ਫੇਰ ਨਾ ਮੰਨੀ ਵੀ ਸੁੱਖ ਆ ਜੂਗਾ ਜਾਂ ਸੁੱਖ ਭੋਗੇਗਾ, ਚਿੰਤਾਵਾਂ ਮਿਟ ਜਾਣਗੀਆਂ, ਫੇਰ ਨਹੀਂ। ਵਿਸ਼ਵਾਸ ਕਰ ਗੁਰੂ ਸਾਹਿਬ ਦੇ ਉੱਪਰ, ਮਾਲਕ ਦੇ ਬਚਨਾਂ ਨੂੰ ਸੱਚ ਕਰਕੇ ਮੰਨ ਤੇ ਸਾਹਿਬਾ ਰਹਿਮਤ ਕਰਦਿਆ ਕਿਰਪਾ ਕਰਨ। ਪਰ ਸਤਿਗੁਰੂ ਜੀ ਕਹਿੰਦੇ ਆ, ਗੁਰ ਪ੍ਰਸਾਦ ਬਿਰਲੇ ਮਨ ਬੂਠਾ। ਬਿਰਲਿਆਂ ਦੇ ਮਨ ਵਿੱਚ ਇਹ ਵਸਿਆ ਹੈ। ਗੁਰੂ ਦੀ ਕਿਰਪਾ ਸਦਕਾ ਕਿਤੇ ਸਾਡੇ ਤੇ ਵੀ ਮਿਹਰ ਹੋ ਜਾਵੇ, ਕੋਸ਼ਿਸ਼ ਕਰੀਏ। ਆਓ ਸਾਹਿਬਾ ਕਹਿੰਦਾ ਬੇਪਰਵਾਹ ਅਕਾਲ ਪੁਰਖ ਵਾਹਿਗੁਰੂ ਹੈ ਸਾਡੇ ਸਾਹਿਬਾ ਨੇ, ਉਹ ਅਗੋਚਰ ਨੇ, ਉਹ ਆਪੇ ਆਪ ਤੇ ਨੇ ਸਾਰਾ ਕੁਝ ਕਰਦੇ ਆ। 8 ਪਹਿਰ ਮਨ ਤਾਕੋ ਜਪ, ਸਾਹਿਬਾ ਕਹਿੰਦੇ 8 ਪਹਿਰ ਭਾਈ ਮਨ ਵਿੱਚ ਰੱਖਿਆ ਕਰ, ਉਹਨੂੰ ਜਪਿਆ ਕਰ। ਜਿਸ ਚਿੱਤ ਆਈ ਬਿਨ ਸੇ ਦੁਖਾ ਮੈਲ, ਕਹਿੰਦੇ ਆ ਵੀ ਜਿਹਦੇ ਚਿੱਤ ਵਿੱਚ ਇਹ ਬਚਨ ਆ ਗਏ, ਸਾਹਿਬ ਨੂੰ ਮੰਨ ਲਿਆ, ਸਤਿਗੁਰੂ ਜੀ ਕਹਿੰਦੇ ਉਹਦੇ ਦੁੱਖਾਂ ਦਾ ਵਿਨਾਸ਼ ਹੋ ਜਾਂਦਾ। ਹਾਲਤ ਪਾਲਤ ਤੇਰਾ ਉਜਲ ਮੁਖਾ, ਐ ਮਨਾ ਮੇਰਾ ਜੇ ਤੂੰ ਮੰਨੇਗਾ ਬਚਾਵੇਂਗਾ ਇਹਨਾਂ ਬਚਨਾਂ ਨੂੰ, ਹਾਲਤ ਪਾਲਤ ਵਿੱਚ ਭਾਵ ਤੇਰਾ ਲੋਕ ਪਰਲੋਕ ਵਿੱਚ ਮੁਖ ਉਜਲਾ ਹੋ ਜਾਏਗਾ। ਸੋ ਆਖਰ ਵਿੱਚ ਜਾ ਕੇ ਸਾਹਿਬਾ ਰਹਿਮਤ ਕਰਦੇ ਹਨ, ਕੌਣ ਕੌਣ ਉਧਰੇ ਗੁਣ ਗਾਏ, ਗਣਨ ਨਾ ਜਾਈ ਕੀਮ ਨਾ ਪਾਏ, ਬੂਢਤ ਲੋ ਸਾਧ ਸੰਗ ਤਰੈ, ਨਾਨਕ ਜਿਸੈ ਪ੍ਰਾਪਤ ਕਰੈ। ਸਾਹਿਬ ਕਹਿੰਦੇ ਕੌਣ ਕੌਣ ਉਧਰੇ ਗੁਣ ਗਾਏ, ਕੌਣ ਕੌਣ ਨੇ ਸਾਹਿਬ ਕਹਿੰਦੇ ਜਿਨ੍ਹਾਂ ਦਾ ਉਧਾਰ ਹੋਇਆ, ਜਿਨ੍ਹਾਂ ਨੇ ਗੁਣ ਗਾ ਕੇ ਮਾਲਕ ਦੇ ਆਪਣੇ ਜੀਵਨ ਨੂੰ ਸਫਲ ਕੀਤਾ। ਕਿਹਨਾਂ ਦੀ ਗਿਣਤੀ ਕਰੀਏ? ਸਾਹਿਬ ਕਹਿੰਦੇ ਗਣਨ ਨਾ ਜਾਈ, ਗਿਣੇ ਨਹੀਂ ਜਾ ਸਕਦੇ। ਇੰਨਿਆਂ ਦਾ ਮਾਲਕ ਨੇ ਉਧਾਰ ਕੀਤਾ ਤੇ ਅੱਜ ਕਿਹੜਾ ਨਹੀਂ ਕਰਦੇ। ਅੱਜ ਵੀ ਸਤਿਗੁਰੂ ਜੀ ਉਹੀ ਨੇ ਬਾਣੀ ਦੇ ਰੂਪ ਵਿੱਚ, ਜੇ ਮੰਨਣਾ ਕਰੀਏ ਆਪਾਂ, ਕਿਉਂਕਿ ਸਾਹਿਬ ਨੇ ਬਚਨ ਕੀਤਾ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ, ਗੁਰ ਪਰਮੇਸ਼ਰ ਏਕੋ ਜਾਣ ਕਿੰਨੇ ਬਚਨ ਨੇ। ਸਰਦਾ ਬਣਾਉਣ ਲਈ ਇਹ ਬਚਨ ਨੇ ਵੀ ਸਰਦਾ ਇਹ ਬਣ ਜਾਵੇ, ਸਾਡੇ ਅੰਦਰ ਵਿਸ਼ਵਾਸ ਇਹ ਆ ਜਾਵੇ। ਸਾਹਿਬ ਕਹਿੰਦੇ ਆ ਵੀ ਮੇਰੇ ਮਾਲਕ ਨੇ ਗੁਰੂ ਨਾਨਕ ਸਾਹਿਬਾਂ ਤੋਂ ਲੈ ਕੇ ਕਿੰਨਿਆਂ ਦਾ ਪਾਰ ਉਤਾਰਾ ਕੀਤਾ 10 ਪਾਤਸ਼ਾਹੀਆਂ ਤੱਕ। ਤੇ ਅੱਜ ਵੀ ਜਿਹੜੇ ਵਿਸ਼ਵਾਸ ਕਰਕੇ ਗੁਰੂ ਸਾਹਿਬ ਦੇ ਨਾਲ ਜੁੜਦੇ ਆ, ਬਾਣੀ ਨੂੰ ਮੰਨਦੇ ਆ, ਬਾਣੀ ਦੀ ਕਮਾਈ ਕਰਦੇ ਆ ਬਚਨਾਂ ਦੀ, ਤੇ ਅੱਜ ਵੀ ਉਹਨਾਂ ਦਾ ਉਧਾਰ ਹੁੰਦਾ, ਗਿਣਤੀ ਕੋਈ ਨਹੀਂ। ਸਾਹਿਬ ਕਹਿੰਦੇ ਗਣਨ ਨਾ ਜਾਈ ਕੀਮ ਨਾ ਪਾਏ,
पर कीमत भी कोई नहीं है। ਸਾਹਿਬਾਂ ਦੇ ਪਿਆਰ ਦੀ, ਸਾਹਿਬਾਂ ਦੀਆਂ ਦਾਤਾਂ ਦੀ ਜੋ ਬਖਸ਼ਿਸ਼ਾਂ ਕਰ ਰਹੇ ਨੇ। ਬੋੜਤ ਲੋ ਸਾਧ ਸੰਗ ਤਰੇ, ਸਾਹਿਬ ਕਹਿੰਦੇ ਡੁੱਬਦੇ ਹੋਏ ਭਾਈ ਲੋਹੇ ਵਰਗੇ ਸਰੀਰ ਸਾਡੇ। ਲੋਹਾ ਭਾਵ ਲੋਹਾ ਕਿਉਂ ਕਿਹਾ? ਲੋਹੇ ਦਾ ਸੁਭਾਅ ਵੀ ਡੁੱਬ ਜਾਣਾ, ਪਾਣੀ ਵਿੱਚ ਛੱਡੀਏ ਡੁੱਬ ਜਾਂਦਾ, ਪਰ ਜੁਗਤੀ ਹੋਵੇ ਗੁਰੂ ਪਿਆਰਿਓ ਲੋਹਾ ਤਰ ਜਾਂਦਾ ਹੈ। ਜੁਗਤੀ ਹੋਵੇ ਜੇ ਤਾਂ ਢੰਗ ਤਰੀਕਾ ਵੀ ਅੱਜ ਤੱਕ ਕਿੰਨੇ ਦੇ ਕਿੰਨੇ ਟਨਾਂ ਦੇ ਟਨ, ਭਾਵ ਕਿ ਅੱਜ ਜਹਾਜ਼ ਬੇੜੇ ਬਣਿਆ ਤਰਦੇ ਐ, ਉਹ ਕਿਸੇ ਢੰਗ ਤਰੀਕੇ ਨਾਲ ਤਰਦੇ ਐ, ਭਾਵ ਕਿ ਉਹ ਮਰਜ਼ਾਦਾ ਵਿੱਚ ਤਰਦੇ ਐ। ਜੇ ਮਾਨ ਮਰਜ਼ਾਦਾ ਤੋਂ ਭਾਵ ਕਿ ਕਾਨੂੰਨ ਤੋਂ ਬਾਹਰੇ ਜੋ ਕੁਝ ਉਹਨਾਂ ਦੀਆਂ ਇਹ ਕੰਡੀਸ਼ਨਾਂ ਲਾਈਆਂ ਨੇ, ਭਾਵ ਕਿ ਉਦੋਂ ਬਾਹਰ ਚਲੇ ਜਾਣ ਡੁੱਬ ਉਹ ਵੀ ਜਾਂਦੇ ਐ। ਪਰ ਜਿਨ੍ਹਾਂ ਨੂੰ ਸਮਝ, ਜਿਨ੍ਹਾਂ ਨੇ ਸਹੀ ਤਰੀਕੇ ਨਾਲ ਚਲਾਉਣਾ ਸਿੱਖਿਆ ਤੇ ਉਹ ਚੱਲ ਗਏ, ਭਾਵ ਤਰ ਜਾਂਦੇ ਆ। ਤੇ ਇੱਥੇ ਸਾਡੇ ਸਰੀਰ ਰੂਪੀ ਲੋਹ ਦੀ ਉਦਾਹਰਨ ਦਿੰਦੇ ਹੋਏ ਸਾਹਿਬ ਸਾਨੂੰ ਸਮਝਾਉਂਦੇ ਆ ਵੀ ਐਸ ਭਾਈ ਬੋੜਤ ਲੋਹ ਸਾਧ ਸੰਗ ਤਰੇ, ਸਾਧੂ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਐਸੇ ਸਰੀਰਾਂ ਦਾ ਵੀ ਪਾਰ ਉਤਾਰਾ ਹੋਇਆ। ਜਿਹੜੇ ਲੋਹ ਵਾਂਗ ਭਾਵ ਭਾਰੀ ਹੋਏ ਸਨ, ਪਾਪਾਂ ਨਾਲ ਡੁੱਬਣ ਵਾਲੇ ਸੀ, ਉਹਨਾਂ ਤੇ ਵੀ ਕਿਰਪਾ ਹੋਈ ਹੈ। ਨਾਨਕ ਜਿਸੈ ਪ੍ਰਾਪਤ ਕਰੇ, ਜਿਨ੍ਹਾਂ ਨੇ ਗੁਰੂ ਮਹਾਰਾਜ ਜੀਆਂ ਦੀ ਪ੍ਰਾਪਤੀ ਕੀਤੀ, ਭਾਵ ਕਿ ਜਿਨ੍ਹਾਂ ਨੇ ਸਾਧ ਸੰਗਤ ਦੇ ਵਿੱਚ ਆਉਣਾ ਕੀਤਾ, ਸਾਧ ਸੰਗਤ ਦੀ ਪ੍ਰਾਪਤੀ ਕੀਤੀ ਹੈ, ਉਹਨਾਂ ਦਾ ਬੜਿਆਂ ਦਾ ਪਾਰ ਉਤਾਰਾ ਹੋਇਆ। ਜਿਨ੍ਹਾਂ ਨੂੰ ਕਹਿੰਦੇ ਤਾਂ ਡੁੱਬੇ ਹੋਏ ਨੇ, ਵਿਸ਼ੇ ਵਿਕਾਰਾਂ ਵਿੱਚ ਗੁਲਤਾਨ ਹੋਏ ਪਏ ਨੇ, ਉਹਨਾਂ ਦਾ ਖਹਿੜਾ ਸੁੱਟਿਆ ਵਿਸ਼ੇ ਵਿਕਾਰਾਂ ਭਰਮਾਂ ਕਰਮਾਂ ਕਾਂਡਾਂ ਦੇ ਵਿੱਚੋਂ, ਉਹਨਾਂ ਦਾ ਪਾਰ ਉਤਾਰਾ ਹੋਇਆ। ਸਾਹਿਬ ਕਹਿੰਦੇ ਨੇ ਜਿਨ੍ਹਾਂ ਨੂੰ ਪ੍ਰਾਪਤ ਹੋਈ ਸਾਧ ਸੰਗਤ, ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਵੱਡ ਭਾਗੀ ਸਾਧ ਸੰਗ ਪ੍ਰਾਪਤ, ਸਾਹਿਬ ਕਹਿੰਦੇ ਆ। ਤੇ ਇੱਥੇ ਕਿਹਾ ਬੋੜਤ ਲੋ ਸਾਧ ਸੰਗ ਤਰੇ, ਨਾਨਕ ਜਿਸੈ ਪ੍ਰਾਪਤ ਕਰੇ, ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ। ਤੇ ਪ੍ਰਾਪਤੀ ਵੱਡੇ ਕਰਮਾਂ ਵਾਲਿਆਂ ਨੂੰ ਹੁੰਦੇ। ਜੇ ਅੱਜ ਵੀ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠੇ ਹਾਂ ਜਾਂ ਬੈਠਦੇ ਹਾਂ, ਸਮਝੀਏ ਸਾਡੇ ਉੱਤਮ ਕਰਮ ਨੇ, ਵੱਡੇ ਭਾਗ ਨੇ, ਕਿਉਂਕਿ ਸਾਹਿਬ ਨੇ ਕਿਹਾ ਹੈ ਵੱਡ ਭਾਗੀ ਹਰ ਸੰਗ ਪ੍ਰਾਪਤ। ਸਾਹਿਬ ਕਹਿੰਦੇ ਸੰਗਤ ਪ੍ਰਾਪਤੀ ਹੁੰਦੀ ਹੈ ਵੱਡੇ ਕਰਮਾਂ ਦੇ ਨਾਲ। ਤੇ ਇਸੇ ਕਰਕੇ ਆਓ ਸਾਨੂੰ ਪ੍ਰਾਪਤੀ ਹੋਈ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਾਡਾ ਵੀ ਪਾਰ ਉਤਾਰਾ ਹੋ ਜਾਵੇ। ਪਰ ਜੋ ਰਹਾਉ ਵਾਲੇ ਬੰਦ ਵਿੱਚ ਸਾਹਿਬ ਨੇ ਆਖਣਾ ਕੀਤਾ ਹੈ, ਕਾਹੇ ਭਰਮ ਭਰਮ ਹੋ ਬੇਗਾਨੇ, ਨਾਮ ਬਿਨਾ ਕਿਸ ਕਾਮ ਨਾ ਆਵੇ, ਮੇਰਾ ਮੇਰਾ ਕਰ ਬਹੁਤ ਪਛਤਾਨੇ। ਪ੍ਰਾਪਤੀ ਹੋਈ ਹੈ ਸੰਗਤ ਦੀ। ਸੰਗਤ ਵਿੱਚੋਂ ਜੋ ਬਚਨ ਸੁਣੇ ਨੇ ਵੀ ਅਸੀਂ ਭਰਮਾਂ ਵਿੱਚੋਂ ਨਿਕਲਣਾ ਕਰੀਏ, ਬੇਗਿਆਨ ਵਿੱਚੋਂ ਗਿਆਨਵਾਨ ਹੋਈਏ, ਗੁਰੂ ਤੋਂ ਗਿਆਨ ਲਈਏ, ਨਾਮ ਨਾਲ ਜੁੜਨਾ ਕਰੀਏ, ਮੈਂ ਮੇਰੀ ਨੂੰ ਛੱਡਣਾ ਕਰੀਏ, ਤੇ ਸਾਡਾ ਵੀ ਪਾਰ ਉਤਾਰਾ ਹੋ ਸਕਦਾ ਹੈ। ਰਹਿਮਤ ਕਰਨ ਸਾਹਿਬਾ ਸਾਹਿਬ ਦਾ ਚਰਨਾਂ ਵਿੱਚ ਅਰਜ਼ ਕਰੀਏ, ਸਤਿਗੁਰੂ ਮਿਹਰ ਕਰਿਓ, ਤੁਹਾਡਾ ਨਾਮ ਸੱਚ ਉਪਦੇਸ਼ ਵਿਚਾਰ ਸਾਡੇ ਹਿਰਦੇ ਘਰ ਵਿੱਚ ਵਸ ਜਾਵੇ। ਤੇਰੇ ਗੁਣ ਗਾਈਏ ਸੱਚੇ ਪਾਤਸ਼ਾਹ, ਸਾਡਾ ਵੀ ਜੀਵਨ ਹੈ ਜਿਹੜਾ ਸੋਹਣਾ ਬਣ ਜਾਵੇ, ਅਸੀਂ ਵੀ ਇਸ ਸੰਸਾਰ ਵਿੱਚੋਂ ਸੁਰਖਰੂ ਹੋ ਜਾਈਏ। ਰਹਿਮਤ ਕਰਿਓ ਸਾਹਿਬ ਜੀ, ਬਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਇਸ ਤੋਂ ਅੱਗੇ ਰਹਿਮਤ ਕਰਨ ਸਾਹਿਬ ਜੀ ਕੱਲ੍ਹ ਨੂੰ ਸਰਵਣ ਕਰਾਂਗੇ। ਆਓ ਕੁਝ ਕੁ ਸਮਾਂ ਗੁਰ ਮੰਤਰ ਦੁਆਰਾ ਸਾਂਝ ਪਾਈਏ। ਪ੍ਰੇਮ ਸਹਿਤ ਸਾਰੀ ਸੰਗਤ ਆਖਣਾ ਕਰੋ ਜੀ, ਵਾਹਿਗੁਰੂ 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 ਵਾਹਿਗੁਰੂ